ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਰਹਿਮਤ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਔਰ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਸਭ ਚੁਕੈ ਸੋਗ ਸੰਤਾਪ ਰਹਾਉ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 48 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕੀਤਾ ਔਰ ਮਨ ਨੂੰ ਸੰਬੋਧਨ ਕਰਕੇ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਚਿੰਤਨ ਵਿੱਚ ਜੁੜਨ ਲਈ ਆਖਦੇ ਨੇ। ਮਨ ਉਹ ਕਰਮ ਕਰਨ ਲਈ ਤਿਆਰ ਹੋ ਜਾਂਦਾ ਹੈ ਜਿਸ ਕਰਮ ਵਿੱਚ ਉਹਨੂੰ ਆਪਣੀ ਖੁਸ਼ੀ ਤੇ ਆਪਣੀ ਪ੍ਰਸੰਨਤਾ ਨਜ਼ਰ ਆਵੇ। ਮਨ ਤੇ ਉਸ ਕਰਮ ਕਰਕੇ ਸਰੀਰ ਭਾਵੇਂ ਰੋਗੀ ਹੋਏ, ਸਰੀਰ ਨੂੰ ਦੁੱਖ ਹੋਵੇ, ਕਾਇਆ ਤਕਲੀਫ ਵਿੱਚ ਹੋਵੇ, ਪਰ ਮਨ ਉਹ ਕਰਮ ਕਰਨਾ ਜ਼ਰੂਰ ਚਾਹੁੰਦਾ ਹੈ। ਜਿਸ
ਕਰਮ ਦੇ ਵਿੱਚੋਂ ਮਨ ਨੂੰ ਸੁਖ ਉਪਜੇ, ਮਨ ਨੂੰ ਖੁਸ਼ੀ ਮਿਲੇ, ਮਨ ਨੂੰ ਪ੍ਰਸੰਨਤਾ ਮਿਲੇ, ਉਹ ਕਰਮ ਮਨ ਜ਼ਰੂਰ ਕਰਦਾ ਹੈ, ਜਾਂ ਉਸ ਕਰਮ ਨੂੰ ਕਰਨ ਦੀ ਇੱਛਾ ਜ਼ਰੂਰ ਰੱਖਦਾ ਹੈ। ਉਹਨੂੰ ਲੱਗਦਾ ਹੈ ਵੀ ਇਹਦੇ ਵਿੱਚੋਂ ਮੈਨੂੰ ਸੁੱਖ ਮਿਲੇਗਾ, ਖੁਸ਼ੀ ਮਿਲੇਗੀ, ਔਰ ਫਿਰ ਉਸ ਕਰਮ ਪਿੱਛੇ ਭਾਵੇਂ ਸਰੀਰ ਨੂੰ ਕੋਈ ਰੋਗ ਕਿਉਂ ਨਾ ਲੱਗ ਜਾਏ, ਸਰੀਰ ਦੁਖੀ ਕਿਉਂ ਨਾ ਹੋ ਜਾਏ, ਸਰੀਰ ਤੜਫ ਕਿਉਂ ਨਾ ਉੱਠੇ, ਪਰ ਮਨ ਕਦੇ ਪਿੱਛੇ ਨਹੀਂ ਮੁੜਿਆ, ਮਨ ਜ਼ਰੂਰ ਕਰਦਾ ਹੈ। ਔਰ ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹੋ ਕਿਰਪਾ ਕੀਤੀ, ਪਹਿਲੋਂ ਮਨ ਨੂੰ ਇਹ ਸਮਝਾਇਆ ਕਿ ਮਨਾ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਤੂੰ ਜੁੜ, ਰੱਬ ਨਾਲ ਜੁੜ। ਔਰ ਮਨ ਨੂੰ ਕੇਵਲ ਇਹ ਨਹੀਂ ਸਮਝਾਇਆ ਕਿ ਤੂੰ ਰੱਬ ਨਾਲ ਜੁੜ, ਸਗੋਂ ਮਨ ਨੂੰ ਇਹ ਵੀ ਸਮਝਾਇਆ ਕਿ ਮਨਾ ਇਹਦੇ ਵਿੱਚੋਂ ਸੁੱਖ ਉਪਜੇਗਾ, ਇਹਦੇ ਵਿੱਚੋਂ ਖੁਸ਼ੀ ਮਿਲੇਗੀ। ਜਿਵੇਂ ਮੈਂ ਪਹਿਲੋਂ ਬੇਨਤੀ ਕੀਤੀ, ਮਨ ਉਹ ਕਰਮ ਕਰਦਾ ਜਿਸ ਕਰਮ ਵਿੱਚੋਂ ਮਨ ਨੂੰ ਲੱਗਦਾ ਵੀ ਮੈਨੂੰ ਪ੍ਰਸੰਨਤਾ ਮਿਲੇ, ਉਹ ਭਾਵੇਂ ਵਿਕਾਰ ਹੀ ਕਿਉਂ ਨਾ ਹੋਣ, ਕਿਉਂਕਿ ਵਿਕਾਰ ਵੀ ਤੇ ਮਨ ਉਦੋਂ ਹੀ ਭੋਗਦਾ ਹੈ ਨਾ ਜਦੋਂ ਮਨ ਨੂੰ ਲੱਗਦਾ ਵੀ ਇਹਦੇ ਵਿੱਚੋਂ ਪ੍ਰਸੰਨਤਾ ਪੈਦਾ ਹੋਏਗੀ, ਇਹਦੇ ਚੋਂ ਖੁਸ਼ੀ ਪੈਦਾ ਹੋਏਗੀ, ਇਹਦੇ ਚੋਂ ਆਨੰਦ ਜਿਹੜਾ ਉਹਦੀ ਮੈਨੂੰ ਪ੍ਰਾਪਤੀ ਹੋਏਗੀ। ਮਨ ਦਾ ਇੱਕ ਭੁਲੇਖਾ ਹੈ, ਇੱਕ ਭਰਮ ਹੈ, ਮਨ ਤੁਰ ਪੈਂਦਾ ਹੈ। ਸਤਿਗੁਰੂ ਜੀ ਨੇ ਮਨ ਨੂੰ ਰੱਬ ਜੀ ਨੂੰ ਜਪਣ ਵਾਸਤੇ ਆਖਿਆ ਕਿ ਮਨਾ ਤੂੰ ਰੱਬ ਨੂੰ ਜਪ। ਇਹ ਗੱਲ ਤੇ ਮਨ ਨੂੰ ਕਹਿਤੀ ਵੀ ਮਨਾ ਤੂੰ ਰੱਬ ਨੂੰ ਜਪ, ਪਰ ਮਨ ਨੂੰ ਰੱਬ ਵਾਲੇ ਪਾਸੇ ਲਾਉਣਾ ਵੀ ਤੇ ਹੈ ਨਾ, ਕੇਵਲ ਕਹਿਣਾ ਨਹੀਂ ਵੀ ਮਨਾ ਤੂੰ ਜਪ, ਜਾਂ ਮਨ ਆਪੇ ਲੱਗ ਜਾਏ ਵੀ ਮਨ ਜਪਣ ਲੱਗ ਜਾਏ। ਦੋਵਾਂ ਚੋਂ ਇੱਕ ਕਰਮ ਤੇ ਕਰਨਾ ਹੀ ਪਏਗਾ। ਜੇ ਅਸੀਂ ਮਨ ਲਾਵਾਂਗੇ ਮਨ ਤਾਂ ਜੁੜੇਗਾ, ਤੇ ਜਾਂ ਮਨ ਖੁਦ ਬ ਖੁਦ ਇਸ ਗੱਲ ਨੂੰ ਪ੍ਰਵਾਨ ਕਰੇ ਕਿ ਮੈਂ ਜਪਣਾ ਚਾਹੁੰਦਾ। ਔਰ ਖਿਆਲ ਰੱਖੀਏ, ਜੇ ਅਸੀਂ ਸੋਚ ਕੇ ਬੈਠੇ ਆ ਨਾ ਮੈਂ ਮਨ ਜੋੜ ਲਾਂ, ਮੈਂ ਮਨ ਆਪਣੇ ਵਿੱਚ ਰੱਬ ਜੀ ਨੂੰ ਚੇਤੇ ਕਰ ਲਾਂ, ਤੇ ਹੋ ਸਕਦਾ ਵੀ ਮਨ ਨਾ ਜੁੜੇ, ਜਾਂ ਮਨ ਰੱਬ ਜੀ ਨੂੰ ਚੇਤੇ ਨਾ ਕਰੇ। ਪਰ ਜਿਸ ਦਿਨ ਮਨ ਖੁਦ ਆਖੇਗਾ ਵੀ ਮੈਂ ਜੁੜਨਾ ਚਾਹੁੰਦਾ, ਉਦਣ ਕਦੇ ਵਖਰੇਵਾਂ ਨਹੀਂ ਪਾਏਗਾ, ਉਦਣ ਤੇ ਜੁੜੇਗਾ। ਔਰ ਸਾਡੇ ਜੀਵਨਾਂ ਦੀ ਹਾਲਾਤ ਜਿਹੜੇ ਨੇ ਉਹ ਐਸੇ ਨੇ ਵੀ ਅਸੀਂ ਮਨ ਜੋੜਨਾ ਚਾਹੁੰਦੇ ਆ, ਸਾਡਾ ਮਨ ਜੁੜਨਾ ਨਹੀਂ ਚਾਹੁੰਦਾ। ਅਸੀਂ ਜੋੜਨਾ ਚਾਹੁੰਦੇ ਆ ਵੀ ਜੁੜ ਜਾਏ, ਮਨ ਜੁੜ ਜਾਏ, ਪਰ ਮਨ ਨਹੀਂ ਜੁੜਨਾ ਚਾਹੁੰਦਾ। ਸਾਡੇ ਮਨਾਂ ਦੀ ਹਾਲਤ ਇਹ ਹੈ, ਇਸ ਕਰਕੇ ਅਸੀਂ ਅਜੇ ਤੱਕ ਪਿਰਮ ਦੇ ਪ੍ਰੇਮ ਤੋਂ, ਪਿਆਰੇ ਦੇ ਪ੍ਰੀਤਮ ਦੇ ਪ੍ਰੇਮ ਤੋਂ ਸਖਣੇ ਬੈਠੇ, ਮਨ ਜੁੜਿਆ ਹੀ ਨਹੀਂ। ਔਰ ਸਤਿਗੁਰੂ ਜੀ ਨੇ ਅੱਜ ਰਹਾਉ ਦੀ ਪੰਕਤੀ ਵਿੱਚ ਜਿਹੜਾ ਜ਼ਿਕਰ ਕੀਤਾ, ਕਹਿੰਦੇ ਮਨ ਮੇਰੇ ਰਾਮ ਨਾਮ ਜਪ ਜਾਪ, ਰੱਬ ਦੇ ਨਾਮ ਦਾ ਜਾਪ ਕਰ, ਉਹਨੂੰ ਜਪ, ਰੱਬ ਦੇ ਨਾਮ ਨੂੰ ਜਪ ਤੇ ਰੱਬ ਦੇ ਨਾਮ ਦਾ ਜਾਪ ਕਰ। ਔਰ ਨਾਲ ਫਿਰ ਮਨ ਨੂੰ ਦੱਸਿਆ ਵੀ ਮਨਾ ਇਹਦੇ ਚੋਂ ਸੁੱਖ ਉਪਜਣਾ। ਮਨ ਇੱਛੇ ਫਲ ਪੁੰਚ ਤੂੰ, ਇਹਦੇ ਪਿੱਛੇ ਤੇ ਮਨ ਕੁਛ ਵੀ ਕਰਨ ਨੂੰ ਤਿਆਰ ਹੈ। ਆਪਣੀਆਂ ਇੱਛਾਵਾਂ ਨੂੰ ਪੁੰਚਣ ਦੇ ਲਈ, ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਲਈ ਮਨ ਕੁਝ ਵੀ ਕਰਨ ਨੂੰ ਤਿਆਰ ਹੈ। ਮਨ ਨੂੰ ਕਹਿ ਦੋ ਤੇਰੀ ਇੱਛਾ ਪੂਰੀ ਹੋਏਗੀ, ਚੋਰੀ ਕਰ, ਬੰਦਾ ਤੁਰ ਪੈਂਦਾ ਹੈ। ਮਨ ਨੂੰ ਕਹਿ ਦੋ ਵੀ ਤੇਰੀ ਇੱਛਾ ਪੂਰੀ ਹੋਏਗੀ, ਤੇਰੀ ਮਨ ਜਿਹੜੀ ਭਾਵਨਾ ਹੈ ਉਹ ਪੂਰੀ ਹੋ ਜਾਏਗੀ, ਤੂੰ ਏਦਾਂ ਕਰ ਕਿਸੇ ਨੂੰ ਮਾਰ ਕੇ ਆ ਜਾ, ਮਾਰ ਆਉਂਦਾ ਹੈ। ਫਿਰ ਅਗਲਾ ਨਤੀਜਾ ਥੋੜੀ ਵੇਖ ਰਿਹਾ ਵੀ ਜੇ ਚੋਰੀ ਕਰਦਾ ਫੜਿਆ ਗਿਆ ਤੇ ਕੀ ਬਣੇਗਾ, ਤੇ ਜੇ ਮੈਂ ਕਿਸੇ ਨੂੰ ਮਾਰ ਦਿੱਤਾ, ਉਹ ਤੋਂ ਬਾਅਦ ਵਿੱਚ ਜਦੋਂ ਮੇਰੀ ਅਸਲੀਅਤ ਸਮਾਜ ਦੇ ਸਾਹਮਣੇ ਆਉਣੀ ਤੇ ਮੇਰਾ ਕੀ ਬਣੇਗਾ। ਮਨ ਨੇ ਇਸ ਗੱਲ ਨੂੰ ਥੋੜੀ ਵਿਚਾਰਿਆ।
ਮਨ ਇਸ ਬਾਤ ਨੂੰ ਤੇ ਵਿਚਾਰਨ ਤੋਂ ਇਨਕਾਰੀ ਹੈ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਮਨ ਅਗਲਾ ਰਿਜ਼ਲਟ ਮੰਨਣ ਤੋਂ ਇਨਕਾਰੀ ਹੈ। ਉਸ ਵੱਲ ਤੇ ਧਿਆਨ ਹੀ ਨਹੀਂ ਮਾਰਿਆ, ਵੇਖੀਏ ਨਹੀਂ ਨਤੀਜਾ ਕੀ ਨਿਕਲੇਗਾ। ਮੈਂ ਚੋਰੀ ਕਰਾਂ, ਨਤੀਜਾ ਕੀ ਹੈ? ਮੈਂ ਕਿਸੇ ਨੂੰ ਮਾਰ ਦਿਆਂ, ਨਤੀਜਾ ਕੀ ਹੈ? ਮੈਂ ਕਿਸੇ ਦੇ ਘਰ ਵਿੱਚ ਜਾਂ ਕਿਸੇ ਨੂੰ ਲੁੱਟ ਲਾਂ ਜਾਂ ਠੱਗ ਲਾਂ, ਨਤੀਜਾ ਕੀ ਹੈ? ਇਸ ਗੱਲ ਨੂੰ ਮਨ ਨੇ ਥੋੜੀ ਸਮਝਿਆ, ਨਤੀਜਾ ਵੇਖਿਆ ਨੇ। ਮਨ ਨੇ ਤੇ ਸਿਰਫ ਇੰਨਾ ਵੇਖਿਆ ਵੀ ਮੇਰੀ ਇੱਛਾ ਇੱਥੋਂ ਪੂਰੀ ਹੁੰਦੀ ਹੈ, ਮੈਂ ਉਹ ਪੂਰੀ ਕਰਨੀ ਹੈ। ਉਦੋਂ ਬਾਅਦ ਚ ਨਤੀਜਾ ਕੀ ਨਿਕਲੇਗਾ ਉਹ ਫਿਰ ਦੀਆਂ ਬਾਤਾਂ ਨੇ, ਪਰ ਮੈਂ ਆਪਣੀ ਇੱਛਾ ਪੂਰੀ ਕਰਨੀ ਹੈ। ਮਾਲਕ ਕਹਿੰਦੇ ਇਸ ਲਈ ਮਨਾ ਤੈਨੂੰ ਇਹੋ ਕਹਿ ਰਿਹਾ, ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ। ਸਭ ਚੁੱਕੈ ਸੋਗ ਸੰਤਾਪ। ਪਰ ਮਨ ਜਿਹੜਾ ਹੈ ਨਾ, ਇਹ ਕੱਲੀਆਂ ਇੱਛਾਵਾਂ ਨਹੀਂ ਪੂਰੀਆਂ ਚਾਹੁੰਦਾ। ਹੁਣ ਉਹਨਾਂ ਇੱਛਾਵਾਂ ਨੂੰ ਪੂਰੀਆਂ ਕਿਉਂ ਕਰ ਰਿਹਾ? ਇਹਨੂੰ ਲੱਗਦਾ ਵੀ ਇਹਦੇ ਚ ਪ੍ਰਸੰਨਤਾ ਪੈਦਾ ਹੋਏਗੀ। ਔਰ ਵੇਖੋ ਨਾ, ਜਦੋਂ ਮਨ ਦੀ ਕੋਈ ਭਾਵਨਾ ਹੋਵੇ, ਮਨ ਦੀ ਕੋਈ ਇੱਛਾ ਹੋਵੇ, ਉਹ ਹੋ ਜਾਏ ਪੂਰੀ, ਮਨ ਬੜਾ ਪ੍ਰਸੰਨ ਹੋ ਜਾਂਦਾ। ਭਾਵੇਂ 2 ਪਲਾਂ ਵਾਸਤੇ ਹੋਵੇ, 4 ਪਲ, ਮਨ ਪ੍ਰਸੰਨ ਹੋਇਆ। ਉਸ ਵਕਤ ਤੋਂ ਸਾਰੇ ਸੋਗ, ਸਾਰੇ ਦੁੱਖ, ਸਾਰੇ ਸੰਤਾਪ ਭੁੱਲ ਗਿਆ। ਕੋਈ ਸੋਗ ਨਹੀਂ, ਕੋਈ। ਹੁਣ ਇਸੇ ਪ੍ਰਸੰਨਤਾ ਨੂੰ ਤੇ ਸਤਿਗੁਰੂ ਕਹਿ ਰਹੇ ਵੀ ਤੂੰ ਜਪ, ਇੱਕ ਪ੍ਰਸੰਨਤਾ ਪੈਦਾ ਹੋਏਗੀ। ਉਹ ਪ੍ਰਸੰਨਤਾ ਚੁੱਕੈ ਸਭ ਸੋਗ ਸੰਤਾਪ। ਤੇਰੇ ਸੋਗ, ਤੇਰੇ ਸੰਤਾਪ ਸਾਰੇ ਖਤਮ ਕਰ ਦੇ। ਮਨ ਇੱਕ ਵਾਰੀ ਇੱਛਾ ਨੂੰ ਪੂਰੀਆਂ ਕਰੇ ਆਨੰਦਿਤ ਹੁੰਦਾ ਹੈ। 2-4 ਪਲਾਂ ਵਾਸਤੇ ਕਹਿ ਲਈਏ, 2-4 ਦਿਨਾਂ ਵਾਸਤੇ ਕਹਿ ਲਈਏ, 2-4 ਸਾਲ ਪ੍ਰਸੰਨ ਹੈ। ਪਰ ਹੌਲੀ ਹੌਲੀ ਉਹ ਪ੍ਰਸੰਨਤਾ ਜਿਹੜੀ ਉਹ ਦੁੱਖ ਵਿੱਚ ਤਬਦੀਲ ਹੋ ਜਾਂਦੀ ਹੈ। ਪਰ ਜੇ ਮਨ ਨੂੰ, ਔਰ ਉਹ ਜਦੋਂ ਪ੍ਰਸੰਨਤਾ ਮਿਲੀ, ਉਹ ਪ੍ਰਸੰਨਤਾ ਖੁਸ਼ੀ ਮਨ ਮਹਿਸੂਸ ਕਰ ਰਿਹਾ, ਤੇ ਫਿਰ ਕੀ ਹੁੰਦਾ ਹੈ? ਉਹਨੂੰ ਆਪਣੇ ਦੁੱਖ, ਆਪਣੀਆਂ ਤਕਲੀਫਾਂ ਛੋਟੀਆਂ ਲੱਗਣ ਲੱਗ ਜਾਂਦੀਆਂ। ਫਿਰ ਮਨੁੱਖ ਇਹ ਵੀ ਕਹਿੰਦਾ ਵੀ ਮੈਂ ਆਪਣੀ ਖੁਸ਼ੀ, ਆਪਣੀ ਪ੍ਰਸੰਨਤਾ ਸੋਚ ਕੇ ਖਰਾਬ ਨਹੀਂ ਕਰਨੀ ਚਾਹੁੰਦਾ, ਜਾਂ ਦੁੱਖ ਨੂੰ ਸੋਚ ਕੇ, ਸੋਗ ਨੂੰ ਸੋਚ ਕੇ, ਕਿਸੇ ਰੋਗ ਨੂੰ ਸੋਚ ਕੇ ਮੈਂ ਆਪਣੀ ਪ੍ਰਸੰਨਤਾ ਖਰਾਬ ਨਹੀਂ ਕਰਨੀ ਚਾਹੁੰਦਾ। ਤੇ ਜੇ ਮਨ ਸਦੀਵ ਹੀ ਪ੍ਰਸੰਨਤਾ ਵਿੱਚ ਜੁੜ ਜਾਏ, ਸੋਗ ਸੰਤਾਪ ਤੇ ਮੁੱਕ ਗਏ ਨਾ। ਇੱਕ ਦਿਨ ਮਨ ਪ੍ਰਸੰਨ ਹੋਇਆ, ਕਿਸੇ ਨੇ ਸਾਨੂੰ ਅਪਸ਼ਬਦ ਵੀ ਬੋਲਤੇ, ਅਸੀਂ ਉਹਨੂੰ ਬਖਸ਼ਤਾ। ਕੋਈ ਸਾਨੂੰ ਮਾਰਨ ਵੀ ਆ ਗਿਆ, ਅਸੀਂ ਫੇਰ ਕਿਹਾ ਵੀ ਕੋਈ ਗੱਲ ਨਹੀਂ। ਕੋਈ ਸਾਨੂੰ ਲੁੱਟਣ ਵਾਸਤੇ ਆ ਰਿਹਾ, ਅਸੀਂ ਫੇਰ ਕਵਾਂਗੇ ਕੋਈ ਗੱਲ ਨਹੀਂ। ਕਿਉਂ? ਸਾਡਾ ਮਨ ਪ੍ਰਸੰਨ ਹੈ। ਤੇ ਜੇ ਉਹੀ ਮਨ ਦੁਖੀ ਹੋਏ, ਮਨ ਵਿਰਲਾਪ ਵਿੱਚ ਹੋਏ, ਕੋਈ ਆ ਕੇ ਸਾਡੇ ਨਾਲ ਪ੍ਰਸੰਨ ਹੀ ਕਿਉਂ ਨਾ ਹੋਣਾ ਚਾਹੁੰਦਾ ਹੋਵੇ, ਅਸੀਂ ਉਹਨੂੰ ਵੀ ਦੁੱਖ ਚ ਪਾ ਕੇ ਬਹਿ ਜਾਾਂਗੇ ਵੀ ਇੱਥੇ ਹੀ ਬਹਿ ਜਾ। ਅਵਸਥਾ ਹੀ ਹੈ ਨਾ ਮਨ ਦੀ। ਫਿਰ ਝਗੜਨ ਤੇ ਵੀ ਆ ਜਾਾਂਗੇ, ਉਹਦੇ ਨਾਲ ਬਖੇੜਾ, ਕਲਹ ਤੱਕ ਵੀ ਆ ਜਾਾਂਗੇ, ਉਹਦੇ ਨਾਲ ਕਲੇਸ਼ ਤੱਕ ਵੀ ਆ ਜਾਾਂਗੇ, ਜੇ ਮਨ ਦੁਖੀ ਹੈ ਤੇ ਜੇ ਮਨ ਪ੍ਰਸੰਨ ਹੈ, ਜਿਹੜਾ ਕਲਹ ਵਾਸਤੇ, ਸਾਡੇ ਨਾਲ ਝਗੜੇ ਵਾਸਤੇ, ਸਾਡੇ ਨਾਲ ਲੜਾਈ ਵਾਸਤੇ ਵੀ ਆਇਆ, ਅਸੀਂ ਉਹਨੂੰ ਵੀ ਕਵਾਂਗੇ ਵੀ ਛੱਡ ਪਰ, ਕੋਈ ਗੱਲ ਨਹੀਂ। ਪਰ ਜੇ ਮਨ ਦੁਖੀ ਹੈ, ਸਾਡੇ ਨਾਲ ਪ੍ਰੇਮ ਨਾਲ ਬਹਿ ਕੇ ਵੀ ਜੇ ਕੋਈ ਬਾਤ ਕਰਨ ਆਇਆ, ਵਿਚਾਰ ਕਰਨ ਆਇਆ, ਅਸੀਂ ਉਹਦੇ ਨਾਲ ਵੀ ਝਗੜ ਉੱਠਦੇ ਹਾਂ। ਕਿੰਨਾ ਮਨ ਪ੍ਰਭਾਵਿਤ। ਮਾਲਕ ਜੀ ਕਹਿੰਦੇ ਇਸ ਲਈ ਮਨਾ ਤੂੰ ਸਦੀਵ ਪ੍ਰਸੰਨਤਾ ਹਾਸਲ ਕਰ, ਤਾਂ ਜੋ ਹਰ ਪਾਸੇ ਤੈਨੂੰ ਸੁਖ, ਹਰ ਪਾਸੇ ਤੈਨੂੰ ਆਨੰਦ, ਹਰ ਪਾਸੇ ਤੈਨੂੰ ਪ੍ਰਸੰਨਤਾ ਹੀ ਨਜ਼ਰ ਆਏ, ਔਰ ਤੇਰੀ ਜ਼ਿੰਦਗੀ ਵਿੱਚੋਂ ਸਾਰੇ ਸੋਗ, ਸਾਰੇ ਸੰਤਾਪ, ਸਾਰੇ ਰੋਗ, ਸਾਰੇ ਸੋਗ ਜ਼ਿੰਦਗੀ ਚੋਂ ਮਿਟ ਜਾਣ। ਰੋਗ ਤੋਂ ਹੀ ਸੋਗ ਉਪਜੇਗਾ, ਰੋਗ ਤੋਂ ਹੀ ਸੰਸ਼ੇ ਪੈਦਾ ਹੋਣਗੇ, ਮਨ ਵਿੱਚ ਸੰਤਾਪ ਪੈਦਾ ਹੋਣਗੇ। ਔਰ ਜੇ ਇਨਸਾਨ ਰੋਗਾਂ ਤੋਂ ਹੀ ਛੁਟਕਾਰਾ ਪਾ ਲਏ, ਮਨ ਰੋਗਾਂ ਤੋਂ ਹੀ ਛੁੱਟ ਜਾਏ, ਸੋਗ ਵੀ ਖਤਮ ਤੇ
ਸੰਤਾਪ ਵੀ ਖਤਮ। ਮੈਂ ਤੇ ਲੱਗੇ ਰੋਗ ਨੂੰ ਸੋਚ ਸੋਚ ਕੇ ਦੁਖੀ ਹੋ ਰਿਹਾ ਨਾ, ਤੇ ਜੇ ਰੋਗ ਹੀ ਨਾ ਹੋਵੇ। ਇਸ ਲਈ ਸਾਹਿਬ ਕਹਿੰਦੇ ਮਨ ਇੱਛੇ ਫਲ ਪੁੰਚ ਤੂੰ, ਤੈਨੂੰ ਸਾਰੇ ਦੇ ਸਾਰੇ ਫਲ ਇੱਛਾ ਮੁਤਾਬਕ ਮਿਲਣਗੇ। ਜਿਹਨੂੰ ਸਤਿਗੁਰੂ ਜੀ ਆਖਦੇ ਨਾ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨ। ਹੁਣ ਉੱਥੇ ਵੀ ਤੇ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਬਾਤ ਹੀ ਹੈ। ਔਰ ਇਨਸਾਨ ਦੀ ਇੱਕ ਫਿਤਰਤ ਹੈ, ਇਨਸਾਨੀ ਇੱਕ ਸੁਭਾਵ ਹੈ ਰੱਬ ਜੀ ਵੱਲੋਂ ਬਣਾਇਆ ਹੋਇਆ, ਕਿ ਇਹ ਆਪਣੀ ਇੱਛਾ ਨੂੰ ਪੂਰੀਆਂ ਕਰਨ ਦੇ ਲਈ ਹਰ ਇੱਕ ਤਰ੍ਹਾਂ ਦਾ ਕਰਮ ਕਰਨ ਲਈ ਤਿਆਰ ਹੈ। ਕਿਸੇ ਵੀ ਸਤਲ ਤੇ ਰਹਿ ਕੇ ਕਰਮ ਕਰਨ ਲਈ ਤਿਆਰ, ਬਸ ਇੱਛਾ ਪੂਰੀ ਹੋਣੀ ਚਾਹੀਦੀ ਹੈ। ਮਾਲਕ ਕਹਿੰਦੇ ਮਨਾ ਕਿੱਡਾ ਸੁਖਾਲਾ ਜਿਹਾ ਤਰੀਕਾ, ਨਾ ਇਖਲਾਕ ਡਿੱਗੇ, ਨਾ ਜ਼ਿੰਦਗੀ 'ਚ ਸੋਗ ਪੈਦਾ ਹੋਵੇ, ਪ੍ਰਸੰਨਤਾ ਵੀ ਮਿਲ ਜਾਏ, ਇੱਛਾਵਾਂ ਵੀ ਪੂਰੀਆਂ ਹੋ ਜਾਣ। ਕਿਉਂ ਨਾ ਤੂੰ ਇੱਛਾ ਪੂਰੀਆਂ ਕਰਨ ਵਾਲੇ ਦਾਤੇ ਨਾਲ ਜੁੜ ਜਾ। ਜਿਹੜਾ ਇੱਛਾਵਾਂ ਪੂਰੀਆਂ ਕਰਦਾ ਉਸ ਦਾਤੇ ਨਾਲ ਜੁੜ ਜਾ, ਉਹਦਾ ਪੱਲਾ ਫੜ ਲਾ। ਇਸੇ ਕਰਕੇ ਤੇ ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਉੱਥੇ ਸੰਬੋਧਨ ਮਨ ਨੂੰ ਹੀ ਹੈ, ਜਪ ਮਨ ਸਤਨਾਮ ਰਹਾਉ ਦੀ ਪੰਕਤੀ। ਮਨਾ ਤੂੰ ਜਪ ਕਿਹਨੂੰ? ਜਿਹੜਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਅੱਜ ਦਾ ਪਾਵਨ ਬਚਨ, ਮਨ ਮੇਰੇ RAM ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਚੂਕੈ ਸੋਗ ਸੰਤਾਪ। ਸਾਰੇ ਸੋਗ ਸੰਤਾਪ ਚਲੇ ਗਏ, ਖਤਮ ਹੋ ਗਈਆਂ ਸਾਰੀਆਂ ਤਕਲੀਫਾਂ, ਖਤਮ ਹੋ ਗਏ ਸਾਰੇ ਰੋਗ, ਖਤਮ ਹੋ ਗਏ ਸਾਰੇ ਸੋਗ। ਕਿਉਂ? ਕਿਉਂਕਿ ਕੋਲੇ ਰੱਬ ਜੀ ਦੀ ਬੰਦਗੀ ਆ ਗਈ, ਕੋਲੇ ਰੱਬ ਜੀ ਦਾ ਚਿੰਤਨ ਆ ਗਿਆ। ਤੇ ਜਦੋਂ ਰੱਬ ਜੀ ਦੀ ਯਾਦ ਹੀ ਕੋਲੇ ਆ ਗਈ, ਉਥੋਂ ਤੇ ਸਾਰੇ ਸੁੱਖ ਉਪਜ ਪਏ, ਜਿਹਨੂੰ ਫਿਰ ਸਤਿਗੁਰੂ ਜੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਆਖਦੇ ਨੇ ਕਿ ਭਾਈ ਜਦੋਂ ਜੀਵ ਸੁੱਖਾਂ ਦੀ ਆਸ ਲੈ ਕੇ ਜਾਂ ਸੁੱਖਾਂ ਦੀ ਭਾਵਨਾ ਲੈ ਕੇ ਉਸ ਅਕਾਲ ਪੁਰਖ ਪਰਮੇਸ਼ਵਰ, ਉਸ ਪ੍ਰਭੂ ਜੀ ਦੀ ਬੰਦਗੀ ਦੇ ਅੰਦਰ ਜੁੜਦਾ ਹੈ, ਤੇ ਉਸ ਸੁੱਖਾਂ ਨੂੰ ਹਾਸਲ ਕਰ ਵੀ ਲੈਂਦਾ ਹੈ। ਪਰ ਬਹੁਤਾਤ ਹਾਲਾਤ ਐਸੇ ਨੇ ਕਿ ਇਨਸਾਨ ਵੱਲੋਂ ਹਰ ਇੱਕ ਤਰੀਕਾ, ਹਰ ਇੱਕ ਯਤਨ ਸੁੱਖਾਂ ਵਾਸਤੇ ਕੀਤਾ ਜਾਂਦਾ ਹੈ, ਪਰ ਉਹ ਯਤਨ ਕਦੇ ਇਹ ਨਹੀਂ ਕਰਦਾ ਕਿ ਸੁੱਖਾਂ ਦਾ ਜੜ, ਸੁੱਖਾਂ ਦਾ ਮੂਲ ਕੀ ਹੈ, ਮੁੱਢ ਕੀ ਹੈ। ਸਿਰਫ ਸੁੱਖਾਂ ਵਾਸਤੇ ਯਤਨ ਕਰੀ ਜਾਂਦਾ, ਮਿਲ ਜਾਣਗੇ ਸੁੱਖ, ਮਿਲ ਜਾਣਗੇ। ਪਰ ਅਸਲ ਦੇ ਵਿੱਚ ਜਿਹੜਾ ਖਜ਼ਾਨਾ ਹੈ ਸੁੱਖਾਂ ਦਾ, ਉਸ ਖਜ਼ਾਨੇ ਵਾਲੇ ਪਾਸੇ ਮਨ ਹੋਣ ਨੂੰ ਤਿਆਰ ਹੀ ਨਹੀਂ ਹੈ। ਜੇ ਸੁੱਖਾਂ ਦੇ ਖਜ਼ਾਨੇ ਨਾਲ ਜੁੜ ਜਾਏ ਤੇ ਮਨ ਨੂੰ ਇੱਕ ਇੱਕ ਸੁੱਖ ਲੱਭਣ ਦੀ ਲੋੜ ਥੋੜੀ ਪਏਗੀ, ਟਕਾ ਟਕਾ ਜੋੜਨ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਹੜੇ ਕੰਗਾਲ ਹੋਣ। ਖਜ਼ਾਨਿਆਂ ਵਾਲੇ ਕਦੇ ਟਕੇ ਨਹੀਂ ਜੋੜਦੇ। ਰੁਪਈਆ ਜੋੜਨਾ ਉਹਨਾਂ ਨੂੰ ਪੈਂਦਾ ਜਿਹੜੇ ਗਰੀਬੀ ਦੀ ਤਾਦਾਦ ਉੱਤੇ ਨੇ, ਤੇ ਜਿਹੜੇ ਖਜ਼ਾਨਿਆਂ ਦੇ ਮਾਲਕ ਹੋਣ ਉਹ ਰੁਪਈਆ ਥੋੜੀ ਜੋੜਦੇ ਨੇ। ਉਹ ਤੇ ਉਹਨਾਂ ਕੋਲ ਖਜ਼ਾਨਾ ਹੈ, ਉਹ ਤੇ ਖਜ਼ਾਨੇ ਦੇ ਮਾਲਕ ਨੇ। ਤੇ ਜੇ ਮਨ ਦੀ ਅਸੀਂ ਗੱਲ ਕਰੀਏ, ਮਨ ਇੱਕ ਇੱਕ ਸੁੱਖ ਲੋੜਦਾ ਹੈ, ਇੱਥੋਂ ਵੀ ਸੁੱਖ ਮਿਲ ਜਾਏ। ਜੇ ਮਨ ਕੋਲ ਸੁੱਖਾਂ ਦਾ ਖਜ਼ਾਨਾ ਹੀ ਆ ਜਾਏ, ਉਹਨੂੰ ਇੱਕ ਇੱਕ ਸੁੱਖ ਲੋੜਨ ਦੀ ਲੋੜ ਕੀ ਪਵੇ। ਮਨ ਨੂੰ ਇੱਕ ਇੱਕ ਸੁੱਖ ਜੋੜਨ ਦੀ ਜਾਂ ਇੱਕ ਇੱਕ ਸੁੱਖ ਮਾਨਣ ਦੀ ਲੋੜ ਤਾਂ ਪਈ ਕਿਉਂਕਿ ਮਨ ਦੁਖੀ ਹੈ। ਜੇ ਮਨ ਕੋਲ ਸੁੱਖਾਂ ਦਾ ਖਜ਼ਾਨਾ ਹੋਵੇ ਤੇ ਮਨ ਨੂੰ ਕਦੇ ਵੀ ਇੱਕ ਇੱਕ ਸੁੱਖ ਜੋੜਨ ਦੀ ਲੋੜ ਨਹੀਂ ਪਏਗੀ। ਔਰ ਅੱਜ ਦੇ ਪਾਵਨ ਬਚਨਾਂ ਵਿੱਚ ਸਤਿਗੁਰੂ ਸਾਡੇ ਮਨ ਨੂੰ ਸਮਝਾ ਕੇ
ਸੁੱਖਾਂ ਦਾ ਖਜ਼ਾਨਾ ਹੀ ਦੇਣਾ ਚਾਹੁੰਦੇ ਨੇ ਕਿ ਮਨਾ ਇਸ ਸੁੱਖਾਂ ਦੇ ਖਜ਼ਾਨੇ ਨੂੰ, ਸੁਖ ਨਿਧਾਨ ਉਸ ਮਾਲਕ ਨੂੰ ਕਿਤੇ ਆਪਣੇ ਜੀਵਨ ਵਿੱਚ ਧਾਰਨ ਕਰ ਲਾ। ਕਿਉਂਕਿ ਜਿੱਦਣ ਉਸ ਸੁੱਖਾਂ ਦਾ ਖਜ਼ਾਨਾ ਤੈਨੂੰ ਮਿਲ ਗਿਆ ਨਾ, ਉਦਣ ਤੈਨੂੰ ਦੁੱਖ, ਸੋਗ, ਸੰਤਾਪ, ਇਹਨਾਂ ਸਾਰੀਆਂ ਚੀਜ਼ਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਪਰ ਮਨਾ ਇਹਨਾਂ ਤੋਂ ਛੁਟਕਾਰਾ ਉਦਣ ਹੋਏਗਾ, ਗਰੀਬੀ ਉਦਣ ਕੱਟੀ ਜਾਂਦੀ ਹੈ ਜਿੱਦਣ ਖਜ਼ਾਨਾ ਮਿਲ ਜਾਏ। ਖਜ਼ਾਨਿਆਂ ਦੇ ਸੁਪਨੇ ਵੇਖਣ ਵਾਲੇ ਕਦੇ ਗਰੀਬੀ ਨਹੀਂ ਕੱਟਦੇ। ਮਨਾ ਸੁੱਖ ਉਹਨਾਂ ਨੂੰ ਮਿਲਦੇ ਨੇ ਜਿਹੜੇ ਸੁੱਖ ਖਜ਼ਾਨੇ ਨੂੰ, ਸੁੱਖਾਂ ਦੇ ਨਿਧਾਨ ਨੂੰ ਹਾਸਲ ਕਰਨ। ਸੁੱਖਾਂ ਦੀਆਂ ਆਸਾਵਾਂ ਲਾ ਕੇ ਸੁਪਨੇ ਵੇਖਣ ਵਾਲੇ ਕਦੇ ਸੁਖੀ ਨਹੀਂ ਹੋਏ। ਔਰ ਮਨ ਸਾਡਾ ਸੁਪਨੇ ਹੀ ਦੇਖੀ ਜਾਂਦਾ ਹੈ, ਕੇਵਲ ਇੱਛਾਵਾਂ ਹੀ ਵੇਖੀ ਜਾਂਦਾ ਹੈ। ਇੱਥੋਂ ਵੀ ਸੁੱਖ ਮਿਲ ਜਾਏਗਾ, ਜੇ ਮੈਂ ਇਦਾਂ ਕਰ ਲਾਂ ਸੁੱਖ ਮਿਲ ਜਾਏ। ਨਹੀਂ, ਸਾਹਿਬ ਕਹਿੰਦੇ ਖਜ਼ਾਨਾ ਵੇਖ, ਅਸਲੇ ਵਿੱਚ ਹਾਸਲ ਕਰ, ਸੁਪਨੇ ਨਾ ਵੇਖ। ਅਸਲ ਦੇ ਅੰਦਰ ਰਾਜਾ ਬਣ, ਬਾਦਸ਼ਾਹ ਬਣ। ਘਰੇ ਬੈਠਾ ਹੋਇਆ ਇਨਸਾਨ ਕੰਗਾਲਤਾ ਦੇ ਨਾਲ, ਪਾਟੀਆਂ ਵਸਤਰ, ਟਾਕੀਆਂ ਲੱਗੀਆਂ ਹੋਈਆਂ, ਕੱਪੜੇ ਪਾਈ ਫਿਰੇ ਤੇ ਸੁਪਨੇ ਲੈਂਦਾ ਹੋਵੇ। ਸਿਆਣੇ ਨਾ ਇੱਕ ਅਖਾਣ ਵਰਤਦੇ ਕਿ ਵਸਣਾ ਝੁੱਗੀਆਂ ਵਿੱਚ ਤੇ ਸੁਪਨੇ ਮਹਿਲਾਂ ਦੇ। ਉਹ ਕਦੇ ਬਾਦਸ਼ਾਹ ਨਹੀਂ ਬਣ ਜਾਂਦਾ ਜਦੋਂ ਤੱਕ ਉਹਦੇ ਕੋਲ ਮਸ਼ੱਕਤ ਨਾ ਹੋਵੇ। ਕਿਉਂਕਿ ਮਿਹਨਤ ਜਿਹੜੀ ਹੈ ਉਹ ਇਸ ਅਖਾਣ ਨੂੰ ਝੁਠਲਾ ਵੀ ਸਕਦੀ ਹੈ। ਮਿਹਨਤ ਜਿਹੜੀ ਹੈ, ਮਸ਼ੱਕਤ ਜਿਹੜੀ ਹੈ, ਉਹ ਝੁੱਗੀਆਂ ਤੋਂ ਮਹਿਲ ਬਣਾ ਵੀ ਸਕਦੀ ਹੈ। ਪਰ ਕੇਵਲ ਬਸ ਸੁਪਨੇ ਹੀ ਵੇਖੀ ਜਾਣੇ, ਮੇਰਾ ਇੱਕ ਬੜਾ ਵੱਡਾ ਮਹਿਲ ਹੋਵੇਗਾ, ਮੇਰੇ ਕੋਲ ਬੜੇ ਸਾਰੇ ਨੌਕਰ ਹੋਣਗੇ, ਸਾਰਾ ਸੰਸਾਰ ਮੇਰੇ ਅੱਗੇ ਨਿਵਦਾ ਹੋਏਗਾ, ਇਸ ਚੀਜ਼ ਨੂੰ ਕੇਵਲ ਇੱਕ ਸੁਪਨੇ ਰੂਪ ਵਿੱਚ ਵੇਖੀ ਜਾਣਾ। ਇਸ ਵਾਸਤੇ ਕਰਨਾ ਕੁਛ ਨਹੀਂ। ਜੇ ਦੁਨੀਆ ਨੂੰ ਆਪਣੇ ਅੱਗੇ ਨਵਾਉਣਾ ਹੈ ਸੱਜਣਾ, ਮਿਹਨਤ ਵੀ ਕਰਨੀ ਪਏਗੀ, ਸੁਭਾਵਿਕ ਦੀ ਗੱਲ ਹੈ। ਤੂੰ ਰਾਜ ਤਖਤ ਤੇ ਬਹਿਣਾ ਚਾਹੁੰਦਾ ਹੈ, ਹੁਣ ਇਹ ਤੇ ਹੈ ਨਹੀਂ ਵੀ ਤੈਨੂੰ ਘਰੇ ਬੈਠੇ ਨੂੰ ਆ ਕੇ ਕਹਿਣਗੇ ਵੀ ਆ ਜਾ ਰਾਜ ਤਖਤ ਲੈ ਲਾ। ਉਹਦੇ ਵਾਸਤੇ ਮਿਹਨਤ ਵੀ ਤੇ ਕਰਨੀ ਪਏਗੀ ਨਾ, ਵੀ ਮੈਂ ਤਖਤ ਤੇ ਬੈਠਣ ਲਈ ਕੀ ਕੀਤਾ। ਜਾਂ ਤੂੰ ਕਵੇਂ ਵੀ ਮੇਰੇ ਘਰ ਦੀ ਗਰੀਬੀ ਕੱਟੀ ਜਾਏ। ਘਰ ਦੀ ਗਰੀਬੀ ਹੁਣ ਘਰੇ ਬੈਠਿਆਂ ਤੇ ਕੱਟੀ ਨਹੀਂ ਜਾਣੀ। ਮੈਂ ਘਰੇ ਬੈਠਾ ਰਵਾਂ ਤੇ ਸੁਪਨੇ ਗਰੀਬੀ ਕੱਟਣ ਦੇ ਲੈ ਕੇ ਬੈਠਾ ਹੋਵਾਂ ਤੇ ਕੀ ਘਰੇ ਬੈਠਿਆਂ ਗਰੀਬੀ ਕੱਟ ਲਾਂਗਾ? ਘਰੇ ਬੈਠਿਆਂ ਤੇ ਮੈਂ ਭੋਜਨ ਨਹੀਂ ਬਣਾ ਕੇ ਖਾ ਸਕਦਾ। ਜੇ ਘਰ ਵਿੱਚ ਰਸਦ ਹੋਏਗੀ, ਰਾਸ਼ਨ ਹੋਏਗਾ, ਤਾਂ ਹੀ ਤੇ ਭੋਜਨ ਬਣੇਗਾ ਨਾ। ਤੇ ਸੁਭਾਵਿਕ ਜਿਹੀ ਗੱਲ ਹੈ, ਜੇ ਰਸਦ ਘਰ ਵਿੱਚ ਚਾਹੀਦੀ ਹੈ ਪਹਿਲਾਂ ਲੈਣ ਵੀ ਜਾਣਾ ਪੈਣਾ। ਤੇ ਜੇ ਰਸਦ ਲੈ ਕੇ ਹੀ ਨਾ ਆਵਾਂ, ਮੈਂ ਘਰੇ ਹੱਥ ਤੇ ਹੱਥ ਧਰ ਕੇ ਬੈਠਾ ਰਵਾਂ ਵੀ ਇੱਥੇ ਮੈਂ ਆਪੇ ਹੀ ਪੇਟ ਭਰ ਜਾਣਾ, ਆਪੇ ਹੀ ਗਰੀਬੀ ਕੱਟੀ ਜਾਣੀ, ਆਪੇ ਹੀ ਮੈਂ ਮਹਿਲਾਂ ਤੱਕ ਪਹੁੰਚ ਜਾਣਾ, ਇਦਾਂ ਤੇ ਹੋਏਗਾ ਨਹੀਂ। ਮਿਹਨਤ ਤੇ ਕਰਨੀ ਪਏਗੀ, ਮਸ਼ੱਕਤ ਤੇ ਕਰਨੀ ਪਏਗੀ। ਤੇ ਜੇ ਮਨ ਸੁੱਖਾਂ ਦੇ ਨਿਧਾਨ ਨੂੰ ਚਾਹੁੰਦਾ ਹੈ, ਸੁਭਾਵਿਕ ਜਿਹੀ ਗੱਲ ਹੈ, ਸੁੱਖਾਂ ਦੇ ਨਿਧਾਨ ਵਾਸਤੇ ਵੀ ਮਿਹਨਤ ਕਰਨੀ ਪਏਗੀ। ਸੰਸਾਰਿਕ ਤੌਰ ਉੱਤੇ ਪ੍ਰਸੰਨਤਾ ਲਈ, ਸੰਸਾਰਿਕ ਤੌਰ ਉੱਤੇ ਖੁਸ਼ੀ ਲਈ, ਸੰਸਾਰਿਕ ਤੌਰ ਉੱਤੇ 4 ਟਕਿਆਂ ਦੇ ਲਈ ਇਨਸਾਨ ਦਿਨ ਰਾਤ ਇੱਕ ਕਰ ਦਿੰਦਾ ਹੈ। ਪਰ ਮਨ ਦੀ ਪ੍ਰਸੰਨਤਾ ਦੇ ਲਈ, ਸੁੱਖਾਂ ਦੇ ਨਿਧਾਨ ਨੂੰ ਹਾਸਲ ਕਰਨ ਦੇ ਲਈ, ਰੱਬ ਜੀ ਨੂੰ ਹਾਸਲ ਕਰਨ ਲਈ ਮਨ ਨੇ ਕੀ ਕੀਤਾ ਹੈ? ਕਿੰਨੀ ਕੁ ਮਿਹਨਤ ਕੀਤੀ ਹੈ ਮਸ਼ੱਕਤ ਸਾਡੇ ਕੋਲ? ਸ਼ਰਮ ਕਿੰਨੀ ਕੁ ਕੀਤੀ ਅਸੀਂ? ਤੇ ਜੇ ਸ਼ਰਮ ਹੁੰਦੀ, ਮਿਹਨਤ ਹੁੰਦੀ, ਸੁਭਾਵਿਕ ਜਿਹੀ ਬਾਤ, ਫਿਰ ਸਾਡੇ ਕੋਲ ਸੁੱਖਾਂ ਦਾ ਦਾਤਾ ਵੀ ਹੁੰਦਾ। ਸਾਡੇ ਕੋਲ ਸੁੱਖਾਂ ਦਾ ਦਾਤਾ ਵੀ ਹੁੰਦਾ। ਦੇਖੋ ਨਾ ਕਿੱਡਾ ਸੋਹਣਾ ਜ਼ਿਕਰ ਮਾਲਕ ਜੀ ਕਰ ਰਹੇ। ਆਗਿਆ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਪਰ ਇਹ ਖੇਡ ਕਦੋਂ ਬਣਿਆ? ਸਾਚੇ ਸਾਹਿਬ ਸਿਉ
ਮਨ ਮਾਨਿਆ। ਜਦੋਂ ਮਨ ਮੰਨ ਜਾਏਗਾ ਉਦੋਂ ਹੀ ਨਾ। ਤੇ ਜੇ ਮਨ ਹੀ ਸੁੱਖਾਂ ਦੇ ਦਾਤੇ ਵਾਲੇ ਪਾਸੇ ਹੋਵੇ ਹੀ ਨਾ। ਸਤਿਗੁਰੂ ਜੀ ਇੱਥੋਂ ਤੱਕ ਵੀ ਜੇਕਰ ਕਹਿੰਦੇ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਪਰੀ ਹੈ। ਉਹਦੀ ਸ਼ਰਨ ਵਿੱਚ ਪੈ, ਉਹੀ ਦਾਤਾ ਸੁੱਖਾਂ ਦਾ। ਤੇ ਜੇ ਮਨ ਉੱਥੇ ਪਹੁੰਚੇ ਹੀ ਨਾ, ਜਿਵੇਂ ਮਨ ਸਰੀਰ ਕਰਕੇ ਇਨਸਾਨ ਭੁੱਖਾ ਹੋਵੇ, ਪੇਟ ਕਰਕੇ ਭੁੱਖਾ ਹੋਵੇ, ਪਤਾ ਲੱਗ ਜਾਏ ਵੀ ਪ੍ਰਸ਼ਾਦਾ ਉਸ ਥਾਂ ਤੇ ਮਿਲ ਰਿਹਾ, ਉੱਥੇ ਪਹੁੰਚੇ ਹੀ ਨਾ। ਪ੍ਰਸ਼ਾਦਾ ਜਿੱਥੋਂ ਮਿਲ ਰਿਹਾ ਉੱਥੇ ਪਹੁੰਚੇ ਹੀ ਨਾ। ਤੇ ਮੁੜ ਕੇ ਝਗੜਨ ਵਾਸਤੇ, ਬਖੇੜੇ ਵਾਸਤੇ ਉੱਥੇ ਪਹੁੰਚ ਕੇ ਕਵੇ ਤੁਸੀਂ ਮੈਨੂੰ ਪ੍ਰਸ਼ਾਦਾ ਨਹੀਂ ਦਿੱਤਾ। ਜਦੋਂ ਮਿਲ ਰਿਹਾ ਸੀ ਉਦੋਂ ਨਹੀਂ ਪਹੁੰਚਿਆ, ਬਸ ਰਾਹ 'ਚ ਖੜਾ ਉਲਾਮੇ ਦੇਈ ਜਾਂਦਾ, ਮੈਨੂੰ ਪ੍ਰਸ਼ਾਦਾ ਹੀ ਨਹੀਂ ਦਿੰਦੇ, ਮੈਨੂੰ ਭੋਜਨ ਹੀ ਨਹੀਂ ਦਿੰਦੇ। ਪਹੁੰਚ ਤੇ ਸਹੀ ਤਾਂ ਹੀ ਮਿਲੇਗਾ। ਤੇ ਸਾਡੀ ਹਾਲਤ ਇਹੋ ਹੈ, ਅਸੀਂ ਇਹ ਕਹੀ ਜਾਂਦੇ ਹਾਂ ਰੱਬ ਸੁੱਖ ਹੀ ਨਹੀਂ ਦਿੰਦਾ, ਰੱਬ ਸੁੱਖ ਨਹੀਂ ਦੇ ਰਿਹਾ, ਸਾਡੀ ਜ਼ਿੰਦਗੀ ਪਤਾ ਨਹੀਂ ਕਿਉਂ ਦੁੱਖਾਂ ਵਿੱਚ ਫਸੀ ਪਈ। ਅਸੀਂ ਇਹੀ ਕਹੀ ਜਾਂਦੇ ਹਾਂ। ਰੱਬ ਕੋਲ ਪਹੁੰਚੇ ਆ, ਜਿਹੜਾ ਉਹਨੂੰ ਜਾ ਕੇ ਕਹੀਏ ਵੀ ਰੱਬਾ ਸੁੱਖ ਦੇ, ਮੈਂ ਸੁੱਖ ਲੈਣ ਆਇਆ। ਰੱਬ ਕੋਲ ਪਹੁੰਚੇ ਹਾਂ, ਰਸਤੇ 'ਚ ਹੀ ਬੈਠੇ ਰੱਬ ਨੂੰ ਉਲਾਮੇ ਦੇਈ ਜਾਂਦੇ ਆ, ਰੱਬਾ ਸੁੱਖ ਨਹੀਂ ਦਿੰਦਾ ਤੂੰ, ਤੇ ਜ਼ਿੰਦਗੀ ਸਾਡੀ ਵਿੱਚ ਦੁੱਖ ਹੀ ਦੁੱਖ ਨੇ। ਉਹ ਸੁੱਖਾਂ ਦੇ ਦਾਤੇ ਤੱਕ ਪਹੁੰਚ ਤੇ ਕਰੀਏ, ਉਹਦੀ ਸ਼ਰਨ ਵਿੱਚ ਤੇ ਪਈਏ। ਉਹਦੀ ਸ਼ਰਨ ਵਿੱਚ ਅਸੀਂ ਪਹੁੰਚੇ ਨਹੀਂ, ਬਸ ਸ਼ਿਕਵਾ ਉਹਦੇ ਨਾਲ ਕਰੀ ਜਾਂਦੇ ਆ, ਬਸ ਉਹਦੇ ਨਾਲ ਸ਼ਿਕਾਇਤਾਂ ਕਰੀ ਜਾਂਦੇ ਆ। ਤੇ ਮਾਲਕ ਜੀ ਇਸੇ ਕਰਕੇ ਤੇ ਸਾਨੂੰ ਆਖਦੇ, ਕਹਿੰਦੇ ਸ਼ਿਕਵਾ ਨਹੀਂ, ਸ਼ਿਕਾਇਤ ਨਹੀਂ। ਉਸ ਮਾਲਕ ਜੀ ਅੱਗੇ ਉਹਦੇ ਨਾਲ ਸ਼ਿਕਵਾ ਕਰਨ ਦੀ ਬਜਾਏ ਉਹਦੇ ਦਰ ਉੱਤੇ ਪਹੁੰਚ ਕੇ ਉਸ ਪ੍ਰਭੂ ਨੂੰ ਆਖ ਵੀ ਮਾਲਕਾ ਅੱਜ ਸੁੱਖਾਂ ਦਾ ਦਾਤਾ, ਮੈਂ ਤੈਨੂੰ ਲੈਣ ਵਾਸਤੇ ਆਇਆ, ਅੱਜ ਮੇਰੀ ਝੋਲੀ 'ਚ ਤੂੰ ਸੁੱਖ ਦੀ ਦਾਤ ਪਾ। ਪਰ ਹਾਲਤ ਸਾਡੀ ਇਹ ਹੈ ਵੀ ਉਹਦੇ ਤੱਕ ਪਹੁੰਚ ਕੋਈ ਨਹੀਂ, ਉਹਦੇ ਵਾਸਤੇ ਕੁਛ ਨਹੀਂ ਕੀਤਾ, ਬਸ ਰਸਤੇ ਵਿੱਚ ਹੀ ਉਸ ਮਨੁੱਖ ਵਰਗੀ ਹਾਲਤ ਬਣੀ ਪਈ ਹੈ ਜਿਹੜਾ ਰਾਹ 'ਚ ਬੈਠਾ ਰਸਤੇ ਨੂੰ ਕੋਸੀ ਜਾਂਦਾ ਹੈ, ਰਾਹ 'ਚ ਬੈਠਾ ਆਪਣੀ ਮੰਜ਼ਿਲ ਨੂੰ ਕੋਸੀ ਜਾਂਦਾ ਹੈ। ਨਾ ਤੁਰਿਆ ਮੰਜ਼ਿਲ ਵੱਲ, ਨਾ ਰਸਤੇ ਤੇ ਤੁਰਿਆ। ਰਸਤੇ ਨੂੰ ਕੋਸਣ ਦਾ ਕੋਈ ਲਾਭ ਨਹੀਂ ਜੇ ਅਸੀਂ ਤੁਰਨਾ ਨਹੀਂ। ਅਸੀਂ ਰਸਤੇ ਨੂੰ ਕੋਸ ਨਹੀਂ ਸਕਦੇ। ਇਹ ਨਹੀਂ ਰਾਹ ਨੂੰ ਕਹਿ ਸਕਦੇ ਵੀ ਤੂੰ ਤੇ ਮੁੱਕਦਾ ਹੀ ਨਹੀਂ। ਪੈਂਡਾ ਤੇ ਤਾਂ ਮੁੱਕੇਗਾ ਨਾ ਜੇ ਅਸੀਂ ਤੈਅ ਕਰਾਂਗੇ। ਪੈਂਡਾ ਕਦੇ ਖੜੋਤਿਆਂ ਨਹੀਂ ਮੁੱਕਦਾ, ਤੇ ਫਿਰ ਪੈਂਡੇ ਨਾਲ ਕਦੇ ਸ਼ਿਕਵਾ ਕੀਤਿਆਂ ਵੀ ਪੈਂਡਾ ਨਹੀਂ ਜੇ ਮੁੱਕਿਆ। ਮੰਜ਼ਲਾਂ ਨਾਲ ਸ਼ਿਕਵਾ ਕਰਿਆ ਮੰਜ਼ਲਾਂ ਕਦੇ ਨਜ਼ਦੀਕ ਨਹੀਂ ਹੋ ਜਾਂਦੀਆਂ। ਮੰਜ਼ਲ ਨਾਲ ਸ਼ਿਕਵਾ ਕਰਨ ਦੇ ਨਾਲ ਮੰਜ਼ਲ ਮਿਲ ਨਹੀਂ ਜਾਂਦੀ। ਮੰਜ਼ਲ ਨਾਲ ਸ਼ਿਕਵਾ ਕਰਨ ਦੀ ਬਜਾਏ ਰਸਤੇ ਉੱਤੇ ਤੁਰਨਾ ਸਿੱਖੀਏ, ਮੰਜ਼ਲ ਮਿਲੇ। ਹੁਣ ਜੇ ਆਪਾਂ ਘਰ ਬੈਠੇ ਹੀ ਕਹੀ ਜਾਈਏ ਵੀ ਹੁਣ ਅਸੀਂ ਗੁਰੂ ਘਰ ਜਾਣਾ, ਅਸੀਂ ਗੁਰੂ ਘਰ ਜਾਣਾ, ਤੇ ਫਿਰ ਘਰ ਬੈਠੇ ਹੀ ਕਹੀ ਜਾਈਏ ਗੁਰੂ ਘਰ ਦੂਰ ਬੜੀ ਹੈ, ਪਿੰਡ ਹੀ ਨਹੀਂ ਮੁੱਕਦਾ। ਗੁਰੂ ਘਰ ਤੇ ਬੜੀ ਦੂਰ ਹੈ, ਬੜਾ ਸਮਾਂ ਲੱਗ ਜਾਣਾ ਜਾਣ ਨੂੰ, ਬਸ ਉੱਥੇ ਘਰੇ ਬੈਠੇ ਹੀ ਕਰੀ ਜਾਈਏ, ਪਿੰਡਾ ਤੈਅ ਹੋ ਜਾਏਗਾ ਕਿ ਗੁਰੂ ਘਰ ਨਜ਼ਦੀਕ ਆ ਜਾਣਗੇ। ਨਜ਼ਦੀਕ ਸਿਰਫ ਮੈਂ ਬਾਹਰੀ ਤੌਰ ਤੇ ਉਦਾਹਰਨ, ਗੁਰੂ ਘਰ ਨਜ਼ਦੀਕ ਤਾਂ ਹੋਏਗਾ ਜੇ ਮੈਂ ਘਰੋਂ ਤੁਰਾਂਗਾ। ਜਿਵੇਂ ਜਿਵੇਂ ਪੈਂਡਾ ਮੁੱਕਦਾ ਗਿਆ ਤਿਵੇਂ ਤਿਵੇਂ ਗੁਰੂ ਘਰ ਨਜ਼ਦੀਕ ਹੁੰਦਾ ਗਿਆ। ਤੇ ਜੇ ਘਰੋਂ ਤੁਰਾਂ ਹੀ ਨਾ ਪੈਂਡਾ ਮੁੱਕੇ ਤੇ ਨਾ ਗੁਰੂ ਘਰ ਪਹੁੰਚਾਂ, ਉੱਥੇ ਬੈਠਾ ਸ਼ਿਕਵਾ ਕਰੀ ਜਾਵਾਂ, ਕੀ ਮਿਲੇਗਾ? ਤੇ ਮਨ ਜਿਹੜਾ ਬੈਠਾ ਸ਼ਿਕਵੇ ਹੀ ਕਰੀ ਜਾਂਦਾ, ਰੱਬਾ ਸੁੱਖ ਨਹੀਂ ਦਿੰਦਾ, ਰੱਬਾ ਸੁੱਖ। ਰੱਬ ਜੀ ਤੇ ਸੁੱਖ ਦੇਣਗੇ, ਉਹ ਤੇ ਸੁੱਖਾਂ ਦਾ ਖਜ਼ਾਨਾ ਹੈ। ਉਹ ਤੇ ਤੂੰ ਅੱਜ ਤੱਕ ਦੁਖੀ ਥੋੜੀ ਕੋਈ ਹੋਇਆ, ਉਹਨੇ ਅੱਜ ਤੱਕ ਕਿਸੇ ਨੂੰ ਦੁੱਖ ਥੋੜੀ ਦਿੱਤਾ। ਤੂੰ ਹੀ ਰਸਤੇ ਨੂੰ ਕੋਸੀ ਜਾਂਦਾ, ਤੂੰ ਮੰਜ਼ਿਲ ਤੱਕ ਪਹੁੰਚਣ ਦੀ ਤੇ ਗੱਲ ਹੀ ਨਹੀਂ ਕੀਤੀ। ਰੱਬ ਤੱਕ ਪਹੁੰਚ, ਪ੍ਰਭੂ ਤੱਕ ਆਪਣੀ ਪਹੁੰਚ ਬਣਾ, ਉਹ ਸੁੱਖਾਂ ਦਾ ਦਾਤਾ ਮਿਲੇ, ਤੈਨੂੰ ਖਜ਼ਾਨਾ ਮਿਲੇ, ਤੇਰਾ ਜੀਵਨ ਸੁਖੀ ਹੋਵੇ। ਪਰ ਮਨ ਸ਼ਿਕਵਾਈ ਕਰੀ ਜਾਂਦਾ।
ਤੇ ਸਾਹਿਬ ਜੀ ਨੇ ਇਸ ਕਰਕੇ ਮਨ ਨੂੰ ਆਖਿਆ ਕਿ ਮਨਾ ਮਨ ਇੱਛੇ ਫਲ ਪੁੰਚ ਤੂੰ, ਸਭ ਚੂਕੈ ਸੋਗ ਸੰਤਾਪ। ਤੇਰੇ ਸਾਰੇ ਸੋਗ ਤੇ ਸੰਤਾਪ ਮੁੱਕ ਜਾਣਗੇ, ਪਰ ਜੇ ਕਿਤੇ ਇਸ ਗੱਲ ਨੂੰ ਸਮਝ ਲਈ ਮਨ ਮੇਰੇ RAM ਨਾਮ ਜਪ ਜਾਪ, ਕਿਤੇ ਮਨ ਜੇ ਰੱਬ ਜੀ ਦੀ ਬੰਦਗੀ ਵਿੱਚ ਜੁੜ ਜਾਏ। ਉਦਮ ਕਰ ਹਰ ਜਪਣਾ, ਵਡ ਭਾਗੀ ਧਨ ਖਾਟ। ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਕੀ ਕਾਟ। ਹੁਣ ਸਤਿਗੁਰੂ ਜੀ ਨੇ ਫਿਰ ਜ਼ਿਕਰ ਕੀਤਾ ਪਹਿਲੇ ਪਦੇ 'ਚ, ਉਦਮ ਕਰ, ਇਹ ਤੋਂ ਬਿਨਾਂ ਕੁਛ ਵੀ ਨਹੀਂ ਹੈ। ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ। ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ। ਉਦਮ ਕਰ ਹਰ ਜਾਪਣਾ। ਘਰ ਦੀਆਂ ਲੋੜਾਂ ਵਾਸਤੇ, ਸਰੀਰਕ ਲੋੜਾਂ ਵਾਸਤੇ, ਪਰਿਵਾਰਕ ਲੋੜਾਂ ਵਾਸਤੇ ਉਦਮ ਹੈ ਕਿ ਮਿਹਨਤ ਕਰਨੀ ਪਏਗੀ, ਪੂਰੀਆਂ ਹੋ ਜਾਣ। ਜਿਹੜੀਆਂ ਲੋੜਾਂ, ਜਿਹੜੀਆਂ ਜ਼ਰੂਰਤਾਂ ਧਨ ਨਾਲ ਦੌਲਤ ਨਾਲ ਪੂਰੀਆਂ ਹੋਣੀਆਂ, ਜਾਂ ਹੋਰ ਸਰੀਰਕ ਲੋੜਾਂ ਕੋਈ ਵੀ, ਉਹਦੇ ਲਈ ਉਦਮ ਕਰਨਾ ਪਏਗਾ, ਮਿਹਨਤ ਕਰਨੀ ਪਏਗੀ। ਦਿਹਾੜੀ ਕਰਾਂਗੇ, ਕੰਮ ਕਰਾਂਗੇ ਤੇ ਜ਼ਰੂਰਤਾਂ ਪੂਰੀਆਂ ਕਰਾਂਗੇ। ਇੱਕ ਇਹ ਉਦਮ ਹੈ। ਫਿਰ ਰੱਬ ਜੀ ਨੂੰ ਮਿਲਣ ਵਾਸਤੇ ਵੀ ਉਦਮ ਹੀ ਕਰਨਾ ਪੈਣਾ, ਤੇ ਉਹਨੂੰ ਮਿਲਣ ਲਈ ਉਦਮ ਕੀ ਹੈ? ਧਿਆਏਂਦਿਆਂ ਤੂੰ ਪ੍ਰਭੂ, ਉਹਨੂੰ ਧਿਆਉਣਾ, ਉਦਮ ਕਰਨਾ। ਹੁਣ ਇਨਸਾਨ ਘਰੇ ਬੈਠਾ, ਆਪਣੇ ਘਰ ਦੇ ਅੰਦਰ ਬੈਠਾ ਹੋਇਆ, ਸ਼ਿਕਵਾ ਕੰਪਨੀਆਂ ਤੇ ਕਰੀ ਜਾਏ, ਮੇਰੀ ਤੇ ਤਨਖਾਹ ਹੀ ਨਹੀਂ ਦਿੰਦੇ, ਮੇਰੀ ਸੈਲਰੀ ਹੀ ਨਹੀਂ ਦਿੰਦੇ ਮੈਨੂੰ, ਦਿਹਾੜੀ ਤੇ ਜਾਵੇ ਕੋਈ ਨਾ, ਕੰਪਨੀ ਵਿੱਚ ਜਾਏ ਕੋਈ ਨਾ, ਆਪਣੀ ਜਿਹੜਾ ਉਹਦਾ ਜ਼ਿੰਮੇਵਾਰੀ ਹੈ, ਉਹਦਾ ਕਰਮ ਹੈ, ਉਹਦਾ ਕਾਰੋਬਾਰ, ਉਹ ਜਾ ਕੇ ਕਰੇ ਕੋਈ ਨਾ, ਤੇ ਕੰਪਨੀ ਨਾਲ ਬੈਠਾ ਸ਼ਿਕਵਾ ਕਰੀ ਜਾਏ ਮੈਂ ਉੱਥੇ ਜੌਬ ਕਰਦਾ। ਜੌਬ ਤੇ ਤਾਂ ਕਰਦਾ ਮੰਨਾਂਗੇ ਨਾ ਜੇ ਉੱਥੇ ਜਾ ਕੇ ਕੁਝ ਕਰੇਗਾ, ਘਰੇ ਬੈਠਿਆਂ ਤੈਨੂੰ ਕੌਣ ਦੇਏਗਾ? ਵੇਖੋ ਨਾ, ਇਨਸਾਨ ਜਿੰਨਾ ਮਰਜ਼ੀ ਵੱਡੇ ਤੋਂ ਵੱਡੀ ਜੌਬ ਕਿਉਂ ਨਾ ਕਰਦਾ ਹੋਵੇ, ਪਰ ਦਿਹਾੜੀ ਉਸ ਦਿਨ ਹੀ ਮਿਲਦੀ ਹੈ। ਮੈਂ ਦਿਹਾੜੀ ਲਫ਼ਜ਼ ਉਹ ਵਰਤ ਰਿਹਾ ਵੀ ਜਿੱਦਣ ਉਹ ਪ੍ਰੈਜ਼ੈਂਟ ਹੈ, ਜਿਸ ਦਿਨ ਪ੍ਰੈਜ਼ੈਂਟ ਹੈ ਉਹ ਕੰਮ ਤੇ ਗਿਆ, ਉਸੇ ਦਿਨ ਦੀ ਪੈਸੇ ਮਿਲਣੇ, ਨਹੀਂ ਗਿਆ ਅਗਲੇ ਵੀ ਕੱਟ ਕੇ ਰੱਖ ਲੈਂਦੇ ਨੇ ਵੀ ਨਹੀਂ ਤੂੰ ਆਇਆ ਨਹੀਂ। ਤੇ ਜੇ ਅਸੀਂ ਉਹਨਾਂ 4 ਟਕਿਆਂ ਲਈ ਉਦਮ ਰੋਜ਼ ਕਰਦੇ ਆ, ਰੋਜ਼ ਸਵੇਰੇ, ਕੀ ਸਾਡੇ ਜ਼ਿੰਦਗੀ ਦੇ ਵਿਹਾਰ ਦੀ ਗੱਲ ਕੀ ਕਿੱਦਾਂ ਦੀ ਹੈ? ਸਵੇਰੇ ਉੱਠਾਂਗੇ, ਸਰੀਰਕ ਕਿਰਿਆਵਾਂ ਸੋਧਣ ਤੋਂ ਬਾਅਦ ਵਿੱਚ, ਇਸ਼ਨਾਨ ਪਾਨ ਕਰਨ ਤੋਂ ਬਾਅਦ ਵਿੱਚ ਜੇ ਜਪਣਾ ਤੇ ਜਪ ਲਾਂਗੇ, ਨਹੀਂ ਤੇ ਉਸੇ ਤਰ੍ਹਾਂ ਹੀ ਗਾਫਲਤਾ ਵਿੱਚ ਗਲਤਾਨ ਹੋਏ ਉੱਠ ਕੇ ਕੰਮ ਤੇ ਤੁਰ ਪੀਦਾ। ਸਾਰਾ ਦਿਨ ਉੱਥੇ ਮਿਹਨਤ ਕੀਤੀ, ਆਪਣਾ ਕਾਰੋਬਾਰ ਕੀਤਾ, ਸ਼ਾਮਾਂ ਪਈਆਂ ਘਰ ਨੂੰ ਆ ਗਏ, ਘਰੇ ਆ ਕੇ ਫਿਰ ਪ੍ਰਸ਼ਾਦਾ ਜਗਿਆ, ਫਿਰ ਸੌਂ ਗਏ। ਇਹੀ ਰੂਟੀਨ ਹੈ। ਹਰ ਰੋਜ਼ ਬੰਦਾ ਉਦਮ ਕਰਦਾ ਵੀ ਪਤਾ ਜੇ ਜਾਵਾਂਗਾ ਤੇ ਦਿਹਾੜੀ ਲੱਗਣੀ ਹੈ, ਜੇ ਜਾਵਾਂਗਾ ਤੇ 4 ਟਕੇ ਮਿਲਣਗੇ, ਜੇ ਜਾਵਾਂ ਹੀ ਨਾ ਤੇ ਅਗਲਿਆਂ ਵੀ ਕੁਛ ਨਹੀਂ ਦੇਣਾ। ਵੱਧ ਤੋਂ ਵੱਧ ਅਗਲੇ ਮਹੀਨਾ ਦੇਖ ਲੈਣਗੇ, 2 ਮਹੀਨੇ ਵੇਖ ਲੈਣਗੇ, ਤੀਜੇ ਮਹੀਨੇ ਅਗਲਿਆਂ ਵੀ ਨੋਟਿਸ ਦੇ ਦੇਣਾ ਵੀ ਹੁਣ ਘਰੇ ਹੀ ਰਵੋ, ਇੱਥੇ ਨਾ ਆਇਓ। ਉਹਦੇ ਲਈ ਕੀ ਕਰਦਾ ਬੰਦਾ? ਉਦਮ ਕਰਦਾ। ਸਤਿਗੁਰੂ ਜੀ ਆਖਦੇ ਇਸ ਲਈ ਮਨਾ ਤੂੰ ਉਦਮ ਕਰਿਆ ਕਰ, ਉਦਮ ਕਰ ਹਰ ਜਾਪਣ, ਰੱਬ ਨੂੰ ਜਪਣ ਦਾ। ਵੱਡ ਭਾਗੀ ਧਨ ਖਾਟ, ਫਿਰ ਵੱਡਿਆਂ ਭਾਗਾਂ ਵਾਲਾ ਬਣ ਕੇ ਧਨ ਖੱਟ, ਕਿਉਂਕਿ ਜਿਹੜਾ ਉਹ ਉਦਮ ਕਰਨ ਲੱਗਾ ਨਾ, ਉਹ ਉਦਮ ਨਾਲ ਨਾਮ ਧਨ ਮਿਲਣਾ, ਨਾਮ ਰੂਪੀ ਖਜ਼ਾਨਾ ਮਿਲਣਾ।
ਸਰੀਰਕ ਤੌਰ ਤੇ ਉਦਮ ਕਰਦਾ ਹੈ, ਪੈਸੇ ਮਿਲਦੇ ਨੇ, ਧਨ ਮਿਲਦਾ ਹੈ। ਮਾਨਸਿਕ ਤੌਰ ਤੇ ਮਨ ਕਰਕੇ ਉਦਮ ਕਰੇਗਾ ਤੇ ਰੱਬ ਦਾ ਨਾਮ ਰੂਪੀ ਧਨ ਮਿਲੇਗਾ। ਜਿਹਨੂੰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਜਦੋਂ ਰੱਬ ਜੀ ਦੇ ਨਾਮ ਧਨ ਦੀ ਗੱਲ ਆਉਂਦੀ ਹੈ ਤੇ ਉਸ ਵਕਤ ਸਾਹਿਬ ਆਖਦੇ ਨੇ, ਜੇ ਉਦਮ ਹੋਏਗਾ ਤੇ ਖਿਆਲ ਰੱਖੀ ਇਹ ਧਨ ਐਸਾ ਹੈ ਜਿਹੜਾ ਨਾ ਕਦੇ ਨਿਖੁੱਟਦਾ ਤੇ ਨਾ ਕਦੇ ਜਾਂਦਾ ਹੈ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਹੁਣ ਜੇ ਮਨ ਉਦਮ ਕਰੇਗਾ ਤੇ ਧਨ ਖੱਟੇਗਾ ਨਾ, ਮਨ ਉਦਮ ਹੀ ਨਾ ਕਰੇ ਧਨ ਕਿੱਥੋਂ ਮਿਲ ਜਾਏਗਾ। ਨਾਮ ਰੂਪੀ ਧਨ ਵਾਸਤੇ ਵੀ ਉਦਮ ਕਰਨਾ ਪਏਗਾ, ਨਾਮ ਰੂਪੀ ਧਨ ਵਾਸਤੇ ਵੀ ਮਨ ਨੂੰ ਮਿਹਨਤ ਕਰਨੀ ਪਏਗੀ। ਜਿਵੇਂ ਸਰੀਰਕ ਤੌਰ ਤੇ ਅਸੀਂ ਹਾਜ਼ਰੀ ਲਵਾਉਨੇ ਆ, ਆਪਣੀ ਪ੍ਰੈਜ਼ੈਂਟ ਲਵਾਉਨੇ ਆ ਤੇ ਦਿਹਾੜੀ ਮਿਲਦੀ ਹੈ। ਜੇ ਸਰੀਰਕ ਤੌਰ ਤੇ ਨਾ ਪ੍ਰੈਜ਼ੈਂਟ ਹੋਈਏ ਤੇ ਧਨ ਵੀ ਨਹੀਂ ਮਿਲਦਾ। ਇਸੇ ਤਰ੍ਹਾਂ ਜੇ ਮਨ ਕਰਕੇ ਅਸੀਂ ਹਾਜ਼ਰ ਹੀ ਨਾ ਹੋਈਏ ਤੇ ਧਨ ਨਹੀਂ ਮਿਲਣਾ। ਪਹਿਲੋਂ ਮਨ ਨੂੰ ਉਦਮ ਕਰਨ ਲਈ ਪ੍ਰੇਰਿਤ ਕਰਨਾ ਪਏਗਾ ਕਿ ਮਨਾ ਤੂੰ ਹਾਜ਼ਰ ਹੋ, ਉਸ ਮਾਲਕ ਦੇ ਦਰ ਤੇ ਆਪਣੇ ਆਪ ਨੂੰ ਪ੍ਰਵਾਨਗੀ ਦਵਾ, ਤਾਂ ਜੋ ਉਹ ਮਾਲਕ ਤੈਨੂੰ ਧਨ ਦਵੇ, ਰੱਬ ਦਾ ਆਪਣਾ ਨਾਮ ਰੂਪੀ ਖਜ਼ਾਨੇ ਵਿੱਚੋਂ ਉਹ ਦੌਲਤ ਦਵੇ ਤੈਨੂੰ। ਉਦਮ ਕਰ ਹਰ ਜਾਪਣਾ, ਬੜ ਭਾਗੀ ਧਨ ਖਾਟ, ਹਰ ਸਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਕਹਿੰਦੇ ਸਤ ਸੰਗਤ ਵਿੱਚ ਬੈਠ ਕੇ ਰੱਬ ਜੀ ਨੂੰ ਜਪ, ਆਰਾਧ ਉਸ ਨੂੰ, ਤੇ ਆਪਣੇ ਜਨਮਾਂ ਜਨਮਾਂਤਰਾਂ ਦੀ ਮੈਲ ਨੂੰ ਕੱਟ ਲੈ। ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿਠਾ ਨਾਲ, ਜਲ ਥਲ ਮਹੀਲ ਪੂਰਿਆ, ਪ੍ਰਭ ਆਪਣੀ ਨਦਰ ਨਿਹਾਲ। ਜਿਸ ਕਾਰਨ ਤਨ ਧਾਰਿਆ, ਜਿਹਦੇ ਵਾਸਤੇ ਹੁਣ ਤਨ ਧਾਰਿਆ, ਕਹਿੰਦੇ ਸੋ ਪ੍ਰਭ ਡਿਠਾ ਨਾਲ, ਉਹਨੂੰ ਆਪਣੇ ਨਾਲ ਤੇ ਵੇਖ ਲਾ। ਤਨ ਕਾਹਦੇ ਲਈ ਧਾਰਿਆ? ਗੁਰ ਸੇਵਾ ਤੇ ਭਗਤ ਕਮਾਈ। ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਦੇਹੀ ਤੇ ਇਸੇ ਲਈ ਧਾਰਨ ਕੀਤੀ ਨਾ, ਤੇ ਬੰਦਾ ਕਿੱਥੇ ਲੱਗਾ ਹੋਇਆ? ਮਨੁੱਖ ਦੀ ਹੁਣ ਸਾਹਿਬ ਕਹਿ ਰਹੇ ਵੀ ਤੂੰ ਗੁਰ ਸੇਵਾ ਤੇ ਭਗਤ ਕਮਾਈ, ਇਸ ਕਰਕੇ ਤੈਨੂੰ ਮਾਨਸ ਦੇਹੀ ਮਿਲੀ ਹੈ। ਤੇ ਬੰਦਾ ਕੀ ਕਹਿੰਦਾ? 4 ਦਿਨਾਂ ਦੀ ਜ਼ਿੰਦਗੀ ਹੈ, ਐਸ਼ ਕਰ ਲੋ। ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਨਾ। 4 ਦਿਨ ਦੀ ਜ਼ਿੰਦਗੀ ਹੈ, ਖਾ ਲੋ ਪੀ ਲੋ ਹੰਡਾ ਲੋ, ਬਸ ਆਹੀ ਕੁਝ ਕਹੀ ਜਾਂਦਾ ਬੰਦਾ। ਉਸ ਪਾਸੇ ਵੱਲ ਤੇ ਗਿਆ ਹੀ ਨਹੀਂ ਜਿਸ ਪਾਸੇ ਵਾਸਤੇ ਆਇਆ ਸੀ, ਜਿਹਨੂੰ ਸਤਿਗੁਰੂ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅੰਨ ਲਾਲਚ। ਹੋਰਾਂ ਲਾਲਚਾਂ ਜੀ ਲੱਗਾ ਹੋਇਆ, ਉਹ ਕੰਮ ਤੇ ਕੀਤਾ ਹੀ ਨਹੀਂ ਜਿਹੜੇ ਵਾਸਤੇ ਆਇਆ ਸੀ। ਸਾਰੇ ਦਾ ਸਾਰਾ ਜਨਮ ਹੁਣ ਕੀ ਚਲਾ ਗਿਆ? ਬਿਰਥਾ। ਆਇਓ ਸੁਣਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗੇ ਅੰਨ ਲਾਲਚ, ਬਿਰਥਾ ਜਨਮ ਪ੍ਰਾਣੀ। ਸਾਰਾ ਹੀ ਜਨਮ ਵਿਅਰਥ ਗਿਆ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਸਾਰਾ ਹੀ ਜਨਮ ਵਿਅਰਥ ਚਲੇ ਗਿਆ, ਗੁਜ਼ਰ ਗਿਆ ਸਾਰਾ ਹੀ। ਜਿਹਨੂੰ ਫਿਰ ਆਖਿਆ ਚੇਤ, ਸਾਨੂੰ ਤੇ ਮਾਲਕ ਨੇ ਕੱਲੇ ਕੱਲੇ ਬੋਲ ਰਾਹੀਂ ਚੇਤੇ ਕਰਵਾਇਆ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ, ਤੂੰ ਕਿੱਥੇ ਖੜਾ ਹੋਇਆ? ਫਿਰ ਸਤਿਗੁਰੂ ਨੇ ਚੇਤੇ ਕਰਵਾਇਆ। ਮਾਲਕ ਕਹਿੰਦੇ ਮਿਲ ਜਗਦੀਸ਼
ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਫਿਰ ਵੀ ਸਮਝ ਨਹੀਂ ਆਈ। ਔਰ ਅੱਜ ਦੇ ਪਾਵਨ ਬਚਨਾਂ ਚ ਆਖਿਆ, ਜਿਸ ਕਾਰਨ ਤਨ ਧਾਰਿਆ। ਸਾਨੂੰ ਤੇ ਇਹੀ ਲੱਗੀ ਜਾਂਦਾ ਵੀ ਅਸੀਂ ਤਨ ਧਾਰਿਆ, ਬਸ ਆ ਸੰਸਾਰਿਕ ਕਾਰ ਵਿਹਾਰ ਕਰਨ ਵਾਸਤੇ ਧਾਰਿਆ। ਔਰ ਇਸੇ ਕਰਕੇ ਇਹਨਾਂ ਚ ਉਲਝੇ ਪਏ ਆ। ਤਨ ਰੱਬ ਜੀ ਨੇ ਦਿੱਤਾ ਹੈ। ਮਾਲਕ ਜੀ ਦੀ ਬਾਣੀ ਦਾ ਪਾਵਨ ਬਚਨ ਪੜ੍ਹ ਕੇ ਆਏ ਨਾ, ਇਸ ਦੇਹੀ ਕੋ ਸਿਮਰੈ ਦੇਵ। ਦੇਹੀ ਲਈ ਦੇਵ ਲੋਚ ਰਹੇ ਨੇ, ਤੈਨੂੰ ਮਿਲੀ ਹੋਈ ਹੈ। ਫਿਰ ਤੇ ਉਹੀ ਹਿਸਾਬ ਹੈ ਨਾ ਵੀ ਜਿਹੜੀ ਵਸਤੂ ਕੋਲ ਹੋਵੇ ਉਹਦੀ ਕਦਰ ਵੀ ਨਹੀਂ ਹੁੰਦੀ, ਤੇ ਜਿਹੜੀ ਨਾ ਹੋਵੇ ਉਹਦੀ ਇਨਸਾਨ ਕਦਰ ਬਹੁਤ ਕਰਦਾ ਹੈ। ਅੱਜ ਸਾਡੇ ਕੋਲ ਮਨੁੱਖਾ ਜਨਮ ਹੈ, ਸਾਨੂੰ ਕਦਰ ਨਹੀਂ। ਜੇ ਨਾ ਹੁੰਦਾ, ਜੇ ਨਾ ਹੁੰਦਾ ਫਿਰ ਤੇ ਹਾਲਾਤ ਹੋਈ ਨਾ, ਇਸ ਦੇਹੀ ਕੋ ਸਿਮਰੈ ਦੇਵ। ਉਹ ਲੋਚ ਰਹੇ ਨੇ, ਸਾਡੇ ਕੋਲ ਹੈ, ਅਸੀਂ ਤਾਂ ਵੀ ਨਹੀਂ ਸੰਭਾਲ ਸਕੇ। ਤੇ ਜੇ ਇਸ ਗੱਲ ਨੂੰ, ਇਸ ਲੋਚਾ ਨੂੰ ਆਪਾਂ ਪਰਖਣਾ ਚਾਹੁੰਦੇ ਆ ਨਾ, ਤੇ ਮਾਲਕ ਜੀ ਬਾਣੀ 'ਚ ਦੱਸਦੇ ਨੇ ਕਿ ਮਨੁੱਖਾ, ਜਦੋਂ ਤੂੰ ਗਰਭ ਵਿੱਚ ਵਾਸਾ ਲਿਆ ਨਾ, ਤੇ ਰੱਬ ਅੱਗੇ ਤੇਰੀਆਂ ਅਰਦਾਸਾਂ ਉਦੋਂ ਹੀ ਸ਼ੁਰੂ ਹੋ ਗਈਆਂ ਸੀ। ਅਰਜ਼ੋਈਆਂ ਸ਼ੁਰੂ ਹੋ ਗਈਆਂ ਵੀ ਰੱਬਾ ਹੁਣ ਬਚਾ ਲਈ, ਕਿਤੇ ਗਰਭ ਦੀ ਅਗਨ ਵਿੱਚ ਸੜ ਨਾ ਜਾਵਾਂ, ਕਿਤੇ ਗਰਭ ਦੀ ਅਗਨ ਵਿੱਚ ਗਲ ਨਾ ਜਾਵਾਂ। ਰੱਬ ਅੱਗੇ ਅਰਦਾਸਾਂ ਸ਼ੁਰੂ ਹੋ ਗਈਆਂ। ਤੇ ਜੇ ਰੱਬ ਅਰਦਾਸ ਪ੍ਰਵਾਨ ਦਾ ਨਾਂ, ਮਾਲਕ ਜੀ ਦੀ ਬਾਣੀ ਦਾ ਬਚਨ ਹੈ, ਕਈ ਜਨਮ ਗਰਭ ਹਿਰ ਖਰਿਆ। ਤੈਨੂੰ ਗਰਭ ਵਿੱਚ ਵੀ ਕੋਈ ਨਹੀਂ ਸੀ ਬਚਾ ਸਕਦਾ। ਗਰਭ ਵਿੱਚ ਵੀ ਤੈਨੂੰ ਕੋਈ ਬਚਾ ਨਹੀਂ ਸੀ ਸਕਦਾ। ਉੱਥੇ ਬਚਾਇਆ, ਬਚਾਉਣ ਵਾਲਾ ਕੌਣ ਸੀ? ਜਿਹਦੇ ਅੱਗੇ ਤੂੰ ਰੋਜ਼ ਬੇਨਤੀਆਂ ਕਰਦਾ ਰਿਹਾ ਵੀ ਦੇਹੀ ਮਿਲ ਜਾਏ, ਸਰੀਰ ਮਿਲ ਜਾਏ। ਪਰ ਇਨਸਾਨੀ ਸੁਭਾਅ ਇਹ ਹੈ, ਜਦੋਂ ਵਸਤੂ ਨਾ ਹੋਵੇ ਉਦੋਂ ਕਦਰ ਹੈ, ਜਦੋਂ ਵਸਤੂ ਮਿਲ ਜਾਏ ਉਦੋਂ ਬਾਅਦ ਚ ਉਹਦੀ ਬੇਕਦਰੀ ਕਰਨ ਲੱਗ ਜਾਂਦਾ। ਜਿੰਨਾ ਚਿਰ ਵਸਤੂ ਕੋਲ ਸੀ ਉਹਨਾਂ ਚਿਰ ਬੇਕਦਰੀ ਕਰਦਾ ਰਿਹਾ। ਜਦੋਂ ਵਸਤੂ ਕੋਲੋਂ ਚਲੀ ਗਈ ਫਿਰ ਚੇਤੇ ਆਇਆ ਵੀ ਨਹੀਂ, ਉਹਦੀ ਤੇ ਕਦਰ ਕਰਨੀ ਚਾਹੀਦੀ ਸੀ। ਇਹੋ ਹਾਲਤ ਹੈ ਇਨਸਾਨ ਦੀ। ਸਤਿਗੁਰੂ ਕਹਿੰਦੇ, ਇਸ ਲਈ ਮਨਾ ਖਿਆਲ ਰੱਖ, ਜਿਸ ਕਾਰਨ ਤਨ ਧਾਰਿਆ। ਤਨ ਮਿਲਿਆ ਨਾ, ਬੇਕਦਰੀ ਨਾ ਕਰ। ਜਿਹਦੇ ਵਾਸਤੇ ਧਾਰਿਆ ਹੈ, ਸਗੋਂ ਉਹ ਕਰਮ ਕਰਿਆ ਕਰ। ਸੋ ਪ੍ਰਭ ਡਿਠਾ ਨਾਲ। ਕਹਿੰਦੇ ਉਸ ਮਾਲਕ ਜੀ ਨੂੰ ਨਾਲ ਵੇਖ। ਕਿਸ ਮਾਲਕ ਨੂੰ? ਜਲ ਥਲ ਮਹੀਲ ਪੂਰਿਆ, ਜਿਹੜਾ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ ਤੇ ਆਕਾਸ਼ ਵਿੱਚ ਵੀ ਹੈ। ਪ੍ਰਭ ਆਪਣੀ ਨਦਰ ਨਿਹਾਲ, ਕਿਤੇ ਉਹਦੀ ਨਦਰ ਦੀ, ਉਹਦੀ ਮਿਹਰ ਦਾ ਪਾਤਰ ਬਣ, ਜਿਸ ਕਾਰਨ ਤੈਨੂੰ ਸਰੀਰ ਮਿਲਿਆ ਹੈ। ਜਿਹਨੂੰ ਮਾਲਕ ਕਹਿੰਦੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਏ ਫਲ ਨਾਹੀ ਜੀਓ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਮਨ ਕਿੱਥੇ ਤੁਰਿਆ ਫਿਰਦਾ? ਮਨ ਇਸ ਗੱਲ ਨੂੰ ਥੋੜੀ ਸਮਝ ਸਕਿਆ ਵੀ ਮੈਂ ਘਰੋਂ ਹੀ ਬਹੁਤ ਕੁਝ ਹਾਸਲ ਕਰ ਸਕਦਾ। ਤੇ ਸਤਿਗੁਰੂ ਜੀ ਨੇ ਇਸੇ ਕਰਕੇ ਬਾਣੀ 'ਚ ਸਾਨੂੰ ਚੇਤੇ ਕਰਵਾਇਆ। ਤੇ ਚੇਤੇ ਕਰਵਾਉਂਦਿਆਂ ਮਾਲਕ ਜੀ ਨੇ ਪਤਾ ਕੀ ਆਖਿਆ? ਜੇ ਕਰ ਹੁੰਦਾ ਮੰਗਣ ਜਾਈਏ, ਫਿਰ ਉਲਾਮਾ ਮਿਲੇ ਤਾਹੀਂ।
ਫਿਰ ਉਲਾਮੇ ਹੀ ਮਿਲਦੇ ਨੇ ਜਦੋਂ ਘਰੇ ਹੁੰਦੇ ਆ ਲੋਕਾਂ ਕੋਲੋਂ ਮੰਗਣ ਤੁਰੇ ਜਾਈਏ। ਘਰੇ ਵਸਤੂ ਹੋਵੇ ਫਿਰ ਮੰਗਦਿਆਂ ਕਦੇ ਚੰਗਾ ਨਹੀਂ ਲੱਗਦਾ, ਫਿਰ ਤੇ ਉਲਾਮਾ ਹੀ ਹੈ ਨਾ। 100 ਉਲਾਮੇ ਦਿਨੇ ਕੈ ਰਾਤੀ ਮਿਲਨ ਸਹੰਸ। ਔਰ ਹਾਲਾਤ ਐਸੇ ਬਣ ਗਏ ਕਿ ਇਹ ਇਨਸਾਨ ਦਾ ਸੁਭਾਵ, ਇਸ ਇਨਸਾਨ ਦੀ ਫਿਤਰਤ ਉਲਾਮਿਆਂ ਤੱਕ ਸੀਮਤ ਹੋ ਚੁੱਕੀ ਹੈ। ਸ਼ਾਇਦ ਇਹ ਆਪਣੇ ਆਪ ਨੂੰ ਸੰਤੁਸ਼ਟੀ ਇੱਥੇ ਕਿ ਸਮਝੀ ਜਾਂਦਾ ਹੈ ਵੀ ਉਲਾਮੇ ਮਿਲਣਗੇ ਤੇ ਮੈਂ ਸੰਤੁਸ਼ਟ ਹਾਂ, ਕਿਉਂਕਿ ਲੱਗ ਤੇ ਕਿਸੇ ਹੋਰ ਪਾਸੇ ਹੀ ਚੱਲਿਆ ਨਾ। ਉਸ ਖਿਆਲ ਨੂੰ ਤੇ ਵਿਸਾਰਤਾ ਜਿਸ ਕਰਕੇ ਆਇਆ ਸੀ। ਮਾਲਕ ਜੀ ਨੇ ਬਾਰ-ਬਾਰ ਚੇਤੇ ਕਰਾਇਆ, ਮਨ ਗੁਰਮਿਲ ਕਾਜ ਸਵਾਰੇ। ਮਨਾ ਗੁਰੂ ਨੂੰ ਮਿਲ ਕੇ ਕਾਰਜ ਸਵਾਰ ਲਾ। ਮਨ ਨੂੰ ਫੇਰ ਕਿਹਾ, ਜਾਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਤੇ ਮਨ ਕਿੱਥੇ ਖੜਾ? ਸਤਿਗੁਰੂ ਨੇ ਬਾਰ-ਬਾਰ ਆਖਿਆ, ਜਿਸ ਕਰਕੇ ਇਹ ਤਨ ਧਾਰਿਆ ਹੈ, ਜਿਹਨੂੰ ਭਗਤ ਰਵਿਦਾਸ ਜੀ ਕਹਿ ਦਿੰਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਮਾਲਕਾ ਕਿਤੇ ਆ ਜੀਵਨ ਹੁਣ ਆਪਣੇ ਲੇਖੇ ਵਿੱਚ ਲਾ ਲਾ। ਤੇ ਸਤਿਗੁਰੂ ਜੀ ਸਾਨੂੰ ਚੇਤੇ ਕਰਵਾਉਂਦੇ ਕਿ ਜਿਸ ਕਾਰਨ ਕਰਕੇ ਤਨ ਧਾਰਿਆ ਹੈ, ਉਸ ਮਾਲਕ ਨੂੰ, ਉਹ ਜਲ ਥਲ ਵਿੱਚ ਪੂਰੇ ਹੋਏ ਪ੍ਰਭੂ ਨੂੰ ਆਪਣੇ ਅੰਗ ਸੰਗ ਜਾਣ ਤੇ ਉਹਦੀ ਮਿਹਰ ਦਾ ਪਾਤਰ ਬਣ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨ ਹੀ ਕੀਤ। ਮਨ ਤਨ ਨਿਰਮਲ ਹੋਇਆ, ਬੜਾ ਔਖਾ ਹੈ ਮਨ ਨੂੰ ਨਿਰਮਲ ਕਰ ਲੈਣਾ। ਤਨ ਤੇ ਅਸੀਂ ਰੋਜ਼ ਨਿਰਮਲ ਕਰਦੇ ਹਾਂ, ਰੋਜ਼। ਤਨ ਤੇ ਅਸੀਂ ਇੱਕ ਦਿਨ ਵਿੱਚ ਕਿੰਨੀ ਵਾਰੀ ਨਿਰਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਲ ਤੋਂ ਰਹਿਤ ਹੋ ਜਾਏ, ਸਖਣਾ ਮਾੜੀ ਜੀ ਕਿਤੇ ਮਿੱਟੀ ਲੱਗ ਜਾਏ, ਉਸੇ ਵੇਲੇ ਧੋਣ ਲੱਗ ਜੀਦਾ। ਕਿਤੇ ਗੰਦਗੀ ਲੱਗ ਜਾਏ, ਉਸੇ ਵੇਲੇ ਸਾਬਣ ਲਾ ਲਾ ਧੋਈ ਜਾਈਦਾ। ਤਨ ਨੂੰ ਨਿਰਮਲ ਕਰਨਾ ਹੀ ਹੈ ਨਾ। ਪਰ ਮਨ ਦੀ ਨਿਰਮਲਤਾਈ ਲਈ ਅਸੀਂ ਕੀ ਕੀਤਾ ਹੈ? ਮਨ ਨੂੰ ਤੇ ਅਸੀਂ ਰੋਜ਼ ਹੋਰ ਗੰਦਲਾ ਕਰ ਰਹੇ ਹਾਂ, ਸਾਫ਼ ਥੋੜੀ ਕੀਤਾ। ਤਨ ਨੂੰ ਅਸੀਂ ਧੋਤੀ ਜਾਂਦੇ ਆ, ਤਨ ਨੂੰ ਸਾਫ਼ ਕਰੀ ਜਾਂਦੇ ਆ, ਤਨ ਨੂੰ ਨਿਰਮਲ ਕਰੀ ਜਾਂਦੇ ਆ, ਮਨ ਹੋਰ ਗੰਦਲਾ ਕਰੀ ਜਾਂਦੇ ਆ। ਮਾਲਕ ਕਹਿੰਦੇ ਪਹਿਲੋਂ ਕਿਹੜਾ ਘੱਟ ਗੰਦਾ ਹੈ? ਮਨ ਤੇਰਾ ਜੇ ਤੂੰ ਅੱਜ ਗੰਦਲਾ ਕਰਨ ਤੇ ਲੱਗਾ ਹੋਇਆ ਤੇ ਪਹਿਲੋਂ ਕਿਹੜਾ ਘੱਟ ਗੰਦਾ ਹੈ? ਫਿਰ ਖਿਆਲ ਤੇ ਕਰ, ਇਹ ਤੇ ਕਾਲਾ ਸ਼ਾਹ ਹੋਇਆ ਪਿਆ, ਮੈਲ ਨਾਲ ਹੀ ਭਰਿਆ ਹੋਇਆ। ਮਨ ਹੈ ਤੇ ਬੜਾ ਸਾਫ ਸੁਥਰਾ, ਪਰ ਸਾਫ ਸੁਥਰਾ ਮਨ ਤੇਰਾ ਕਾਲਾ ਸ਼ਾਹ ਬਣ ਗਿਆ। ਐਸਾ ਕਾਲਾ ਸ਼ਾਹ ਬਣਿਆ ਹੋਇਆ ਵੀ ਇਉਂ ਪ੍ਰਤੀਤ ਹੋਣ ਲੱਗ ਪਿਆ ਵੀ ਇਹਦਾ ਰੰਗ ਹੀ ਕਾਲਾ ਹੈ। ਇੱਕ ਸਫੇਦ ਵਸਤਰ ਮੈਲ ਨਾਲ ਭਰ ਜਾਏ, ਇੰਨਾ ਕੁ ਮੈਲ ਨਾਲ ਭਰ ਜਾਏ ਵੀ ਉਹਨੂੰ ਕਦੇ ਧੋਣ ਬਾਰੇ ਸੋਚਿਆ ਹੀ ਨਾ ਹੋਵੇ, ਇੱਕ ਸਮਾਂ ਐਸਾ ਆ ਜਾਂਦਾ ਉਹ ਲੱਗਣ ਲੱਗ ਜਾਂਦਾ ਵੀ ਕਾਲਾ ਹੀ ਹੈ। ਤੇ ਮਨ ਦੀ ਹਾਲਾਤ ਐਸੇ ਬਣੇ ਹੋਏ ਨੇ, ਲੱਗਣ ਲੱਗ ਗਿਆ ਵੀ ਮਨ ਕਾਲਾ ਹੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਕਾਲਾ ਸ਼ਾਹ ਬਣ ਚੁੱਕਾ। ਤੇ ਇਸ ਕਾਲੇ ਸ਼ਾਹ ਮਨ ਨੂੰ ਹੋਏ ਨੂੰ ਸਫੇਦ ਤੇ ਕਰਨਾ ਹੀ ਪਏਗਾ ਨਾ, ਸੁਥਰਾ ਤੇ ਕਰਨਾ ਹੀ ਪੈਣਾ।
ਤਨ ਨਿਰਮਲ ਹੈ, ਇਹਦੇ ਚ ਕੋਈ ਅਤ ਕਥਨੀ ਨਹੀਂ। ਸਤਿਗੁਰੂ ਨੇ ਇੱਕ ਜ਼ਿਕਰ ਇੱਥੋਂ ਤੱਕ ਕੀਤਾ ਕਿ ਮਨੁੱਖ ਦੀ ਹਾਲਤ ਹੈ, ਮਨੁੱਖ ਤਨ ਧੋਈ ਜਾਂਦਾ ਹੈ, ਪਰ ਸਤਿਗੁਰੂ ਕਹਿੰਦੇ ਮਨੁੱਖਾ ਇਸ ਗੱਲ ਨੂੰ ਸਮਝ ਲਾ, ਜਾਣ ਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਮਨ ਹੱਛੇ ਲਈ ਤੈਨੂੰ ਮਨ ਨੂੰ ਧੋਣਾ ਪਏਗਾ, ਮਨ ਨੂੰ ਧੋਣਾ ਖਤਮ, ਮਨ ਦੀ ਮੈਲ ਖਤਮ ਕਰਨੀ ਪਏਗੀ। ਮਨ ਤਨ ਨਿਰਮਲ ਹੋਇਆ, ਇੱਥੇ ਮਾਲਕ ਕਹਿੰਦੇ ਨਿਰਮਲ ਹੋ ਗਿਆ। ਤਨ ਤੇ ਹੋਇਆ ਹੀ ਹੋਇਆ ਨਿਰਮਲ, ਪਰ ਤਨ ਦੇ ਨਾਲ ਮਨ ਵੀ ਨਿਰਮਲ ਹੋ ਗਿਆ। ਮਨ ਨਿਰਮਲ ਕਦੋਂ ਹੋਇਆ? ਕਹਿੰਦੇ ਲਾਗੀ ਸਾਚ ਪ੍ਰੀਤ, ਜਦੋਂ ਸੱਚੇ ਨਾਲ ਪ੍ਰੀਤ ਪੈ ਗਈ ਉਦੋਂ ਮਨ ਨਿਰਮਲ ਹੋ ਗਿਆ। ਇਸੇ ਕਰਕੇ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤ ਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਤੇ ਕਹਿ ਸਕਦੇ ਆ ਵੀ ਜਿਹੜੇ ਸਦਾ ਗੁਰੂ ਨਾਲ ਰਹਿੰਦੇ, ਮਨ ਨਿਰਮਲ ਹੀ ਉਹਨਾਂ ਦੇ ਨੇ। ਹੁਣ ਗੁਰੂ ਨਾਲ ਸਰੀਰ ਕਰਕੇ ਨਹੀਂ ਰਹਿਣਾ, ਸਰੀਰ ਕਰਕੇ ਤੇ ਹੋ ਸਕਦਾ ਵੀ ਗੁਰੂ ਦੇ ਘਰ ਵਿੱਚ ਰਹਿਣ ਵਾਲਾ ਮਨ ਕਰਕੇ ਗੰਦਲਾ ਹੋਵੇ। ਕਿਵੇਂ ਇਤਿਹਾਸ ਦੇ ਪੰਨੇ ਭੁੱਲ ਜਾਈਏ। ਬਾਬਾ ਧੀਰਮਲ ਜੀ ਹੋਣਾ ਨੂੰ, ਬਾਬਾ ਪ੍ਰਿਥੀ ਚੰਦ ਜੀ ਹੋਣਾ ਨੂੰ, ਬਾਬਾ ਮਹਾਦੇਵ ਜੀ ਹੁਣ ਸਰੀਰ ਕਰਕੇ, ਤਨ ਕਰਕੇ ਤੇ ਗੁਰੂ ਨਾਲ ਹੀ ਨੇ ਨਾ। ਗੁਰੂ ਨਾਲ ਤੇ ਹੈ ਹੀ ਹੈ, ਗੁਰੂ ਘਰ ਵਿੱਚ ਜਨਮ ਲੈਣ ਵਾਲੇ ਨੇ। ਮਨ ਕਿਸ ਪਾਸੇ ਜਾ ਰਿਹਾ? ਮਨ ਨਿਰਮਲ ਉਹਨਾਂ ਦਾ ਹੈ ਜਿਹੜੇ ਮਨ ਕਰਕੇ ਗੁਰੂ ਨਾਲ ਨੇ। ਤੇ ਜੇ ਮਨ ਕਰਕੇ ਹੀ ਗੁਰੂ ਨਾਲ ਨਹੀਂ, ਕੱਲਾ ਸਰੀਰ ਗੁਰੂ ਨਾਲ ਹੈ, ਤੇ ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਮਨ ਫਿਰ ਗੰਦਲੇ ਦਾ ਗੰਦਲਾ ਹੀ ਹੈ, ਮੈਲਾ ਹੀ ਹੈ। ਮਨ ਸੁਥਰਾ, ਜੇ ਸੁਥਰਾ ਹੋ ਜਾਂਦਾ ਮਨ, ਸਤਿਗੁਰੂ ਜੀ ਤੇ ਬਾਣੀ ਚ ਇੱਥੋਂ ਤੱਕ ਆਖਦੇ, ਕਹਿੰਦੇ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠਣ ਸਤਿਗੁਰ ਪਾਸ। ਤੇ ਉੱਥੇ ਤੇ ਹਰ ਵਕਤ ਸੱਚ ਵਰਤਦਾ ਨਾ, ਉੱਥੇ ਸੱਚ ਵਰਤਦਾ। ਕੂੜਿਆਰਾਂ ਚਿੱਤ ਉਦਾਸ, ਉਹਨਾਂ ਦਾ ਤੇ ਚਿੱਤ ਉਦਾਸ ਹੋ ਗਿਆ, ਕਿਉਂਕਿ ਉੱਥੇ ਸੱਚ ਵਰਤ ਰਿਹਾ, ਤੇ ਝੂਠ ਦੇ ਸਹਾਰੇ ਚੱਲਣ ਵਾਲਾ ਉਦਾਸ ਹੀ ਹੋਏਗਾ ਨਾ। ਜੇ ਸੱਚ ਦੇ ਸਹਾਰੇ ਚੱਲਣ ਵਾਲਾ ਹੁੰਦਾ ਤੇ ਪ੍ਰਸੰਨਤਾ ਮਿਲਦੀ, ਪਰ ਝੂਠ ਦੇ ਸਹਾਰੇ ਜਿਉਣ ਵਾਲੇ ਨੂੰ ਤੇ ਉਦਾਸੀ ਹੀ ਮਿਲਣੀ। ਤੇ ਬਹਿੰਦਾ ਕੌਣ ਹੈ? ਸਚਿਆਰ ਸਿੱਖ ਬੈਠਣ ਸਤਿਗੁਰ ਪਾਸ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕੇ। ਕਹਿੰਦੇ ਜਦੋਂ ਰੱਬ ਜੀ ਦੇ ਚਰਨਾਂ ਨੂੰ ਭਜਿਆ, ਚੇਤੇ ਕੀਤਾ, ਫਿਰ ਸਭ ਜਪ ਤਪ ਤਿਨ ਹੀ ਕੀਤ। ਮਾਨੋ ਉਹਨਾਂ ਨੇ ਸਾਰੇ ਜਪ ਤਪ ਕਰ ਲਏ। ਕਿਹਨਾਂ ਨੇ? ਜਿਨ੍ਹਾਂ ਨੇ ਰੱਬ ਜੀ ਨੂੰ ਅਰਾਧਿਆ, ਰੱਬ ਜੀ ਨੂੰ ਧਿਆਉਣਾ ਕੀਤਾ। ਰਤਨ ਜ਼ਵੇਹਰ ਮਾਣਕਾ, ਅੰਮ੍ਰਿਤ ਹਰ ਕਾ ਨਾਉ, ਸੁਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ। ਫਿਰ ਕਹਿੰਦੇ ਰੱਬ ਜੀ ਦਾ ਨਾਮ ਜਿਹੜਾ ਨਾ, ਰਤਨ ਜਵੇਹਰ ਮਾਣਕਾ, ਕੀਮਤੀ ਰਤਨ ਹੈ, ਜਵਾਹਰਾਤ ਹੈ, ਮਾਣਿਕ ਹੈ, ਅੰਮ੍ਰਿਤ, ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਹੈ, ਹਰ ਕਾ ਨਾਉ, ਰੱਬ ਜੀ ਦਾ ਨਾਮ। ਇਸ ਲਈ ਕੀ ਕਰਨਾ ਚਾਹੀਦਾ ਹੈ? ਕਹਿੰਦੇ ਇਹ ਰੱਬ ਜੀ ਦਾ ਨਾਮ ਜਿਹੜਾ ਹੈ, ਇਹਦੇ ਚੋਂ ਸੁੱਖ ਵੀ ਮਿਲਦਾ ਹੈ, ਸਹਿਜ ਵੀ ਮਿਲਦਾ ਹੈ, ਆਨੰਦ ਵੀ ਮਿਲਦਾ ਹੈ। ਜਨ ਨਾਨਕ ਹਰ ਗੁਣ ਗਾਓ। ਦਾਸ ਨਾਨਕ ਜੀ ਇਹ ਆਖਦੇ ਨੇ
ਕਿ ਇਸ ਲਈ ਅਸੀਂ ਰੱਬ ਦੇ ਗੁਣ ਗਾਈਏ, ਕਿਉਂਕਿ ਇਹ ਕੀਮਤੀ ਰਤਨ ਹੈ, ਜਵਾਹਰ ਹੈ, ਮਾਣਕ ਹੈ। ਇਹਦੇ ਵਿੱਚੋਂ ਆਨੰਦ ਉਪਜਦਾ, ਇਹਦੇ ਵਿੱਚੋਂ ਰਸ ਉਪਜਦਾ, ਤੇ ਇਹਦੇ ਵਿੱਚੋਂ ਸੁਖ ਵੀ ਉਪਜਦੇ ਹਨ, ਔਰ ਇਹਦੇ ਵਿੱਚੋਂ ਸਹਿਜ ਵੀ ਉਪਜਦਾ ਹੈ। ਰੱਬ ਜੀ ਦੀ ਬੰਦਗੀ, ਰੱਬ ਜੀ ਦੇ ਨਾਮ ਵਿੱਚੋਂ। ਇਸ ਲਈ ਨਿਤਾ ਪ੍ਰਤੀ ਅਸੀਂ ਆਖਦੇ ਰਹੀਏ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਮਨਾ ਕਰਕੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਰਤਨ ਜਵੇਹਰ ਮਾਣਕਾ, ਅੰਮ੍ਰਿਤ ਹਰਿ ਕਾ ਨਾਉ। ਸੁਖ ਸਹਿਜ ਆਨੰਦ ਰਸ, ਜਨ ਨਾਨਕ ਹਰਿ ਗੁਣ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।